हो रेडी कर ले डबल टराले झंडे झूलन खंडिया वाले पाते बुढ़ा साहब नू चाले पाते बुढ़ा साहब नू चाले कर सफला जिंदगानी नू हो करिए सजदे बाबा बुढ़ा जी पुत्रा दे दानी नू करिए सजदे बाबा बुढ़ा जी पुत्रा दे दानी नू हो पाते बुढ़ा साहब नू चाले हो कैसा चंद्राए समा लोको आ गया लहू अपना ही रंग क्यों बटा गया हो कैसा चंद्राए समा लोको आ गया लहू अपना ही रंग क्यों बटा गया हो अखा भरिया भरिया अखा भरिया दे दुखड़े सुनावा ओ दुधा नाल पुत पाल के वेखो पानी नू तरसदियां मावां दुधा नाल पुत पाल के अज पानी नू तरसदियां मावां ओ दुधा नाल पुत पाल के। ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਲੰਬੀ ਤੇ ਤੁਸੀਂ ਰੇਡੀਓ ਪੰਜਾਬ ਪ੍ਰਾਈਮ ਨਿਊਜ਼ ਦੇ ਨਾਲ ਅੱਜ ਜਿਸ ਇਨਸਾਨ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਉਹਨਾਂ ਨੇ ਅਨੇਕਾਂ ਹੀ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ ਜਿਨ੍ਹਾਂ ਵਿੱਚੋਂ ਇੱਕ ਸੁਪਰ ਹਿੱਟ ਗੀਤ ਰਿਹਾ ਜੀ ਦੁੱਧਾਂ ਨਾਲ ਪੁੱਤ ਪਾਲ ਕੇ ਅੱਜ ਪਾਣੀ ਨੂੰ ਤਰਸਦੀਆਂ ਮਾਵਾਂ। ਉਹਨਾਂ ਨੇ ਅਨੇਕਾਂ ਹੀ ਗੀਤ ਹੋਰ ਵੀ ਤੁਹਾਡੀ ਝੋਲੀ ਪਾਏ ਹਨ ਤੇ ਉਹਨਾਂ ਦਾ ਨਾਮ ਹੈ ਜੀ ਗੁਰਵੀਰ ਸਿੱਧੂ। ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਪ੍ਰਾਈਮ ਨਿਊਜ਼ ਦੇ ਨਾਲ ਜਿੰਨੇ ਵੀ ਸਰੋਤੇ ਜੁੜੇ ਹੋਏ ਨੇ ਔਰ ਸਾਰੇ ਸਟਾਫ ਦਾ ਤੁਹਾਡਾ ਸਾਰਿਆਂ ਦਾ ਮੈਂ ਥੈਂਕ ਯੂ ਕਹਿਣਾ ਜੀ ਅੱਜ ਤੁਸੀਂ ਟਾਈਮ ਦਿੱਤਾ ਔਰ ਦਰਸ਼ਕਾਂ ਦੇ ਰੂਬਰੂ ਕੁਝ ਗੱਲਾਂ ਬਾਤਾਂ ਕਰਨ ਦਾ ਮੌਕਾ ਦਿੱਤਾ ਜੀ। ਸੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਿੱਧੂ ਸਾਹਿਬ ਪਹਿਲਾ ਸਵਾਲ ਤੁਹਾਡੇ ਬਚਪਨ ਤੋਂ ਸ਼ੁਰੂ ਕਰਾਂਗੇ ਜੀ। ਤੁਹਾਡਾ ਬਚਪਨ ਕਿੱਥੋਂ ਦਾ ਹੈ? ਮੇਰਾ ਜੀ ਪਿੰਡ ਕੰਗਣ ਖੇੜਾ ਜੀ ਮਲੋੜ ਦੇ ਲਾਗੇ ਪੈ ਜਾਂਦਾ 15 ਕਿਲੋਮੀਟਰ। ਹਾਂਜੀ। ਔਰ ਅੱਜ ਵੀ ਮੈਂ ਪਿੰਡ ਦੇ ਵਿੱਚ ਹੀ ਰਹਿ ਰਿਹਾ ਔਰ ਮੇਰੀ ਪੂਰੀ ਫੈਮਿਲੀ ਪਿੰਡ ਦੇ ਵਿੱਚ ਹੈ। ਅੱਛਾ, ਪਿੰਡ ਨੂੰ ਬਿਲੋਂਗ ਕਰਦੇ ਨੇ? ਹਾਂਜੀ ਹਾਂਜੀ, ਪਿੰਡ ਦੇ ਵਿੱਚ ਹੀ ਖੇਡੇ ਪਲੇ ਆ ਜੀ। ਔਰ ਮੇਰੀ ਜਿਹੜੀ ਸ਼ੁਰੂਆਤੀ ਗਾਇਕੀ ਮੇਰੀ ਉਹ ਪਿੰਡ ਦੇ ਹੀ ਸਾਡੇ ਡੇਰਾ ਸਾਹਿਬ ਸਾਡੇ ਪਿੰਡ ਦੇ ਨਾਲ ਬਣੇ ਹੋਏ ਜੀ ਸੰਤਾਂ ਦਾ ਡੇਰਾ। ਹਾਂਜੀ। ਉੱਥੋਂ ਮੈਂ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ। ਉੱਥੇ ਅਕਸਰ ਕਵਿਸ਼ਰੀ ਜਥੇ ਆਉਂਦੇ ਸੀ ਜਦੋਂ ਮਤਲਬ ਕੋਈ ਫੰਕਸ਼ਨ ਹੁੰਦਾ ਸੀ ਤਾਂ ਉੱਥੇ ਕਵਿਸ਼ਰੀ ਜਥੇ ਆਇਆ ਕਰਦੇ ਸੀ। ਉਹਨਾਂ ਨੂੰ ਸੁਣ ਕੇ ਔਰ ਉੱਥੇ ਸਾਡੇ ਮਹਾਂਪੁਰਸ਼ ਜਿਹੜੇ ਬਾਬਾ ਜੀ ਸੀ ਕਿਉਂਕਿ ਉਹ ਸ਼ਹੀਦਾਂ ਦੀ ਜਗ੍ਹਾ ਔਰ ਉੱਥੇ ਬਾਬਾ ਕੱਸੀ ਵਾਲੇ ਮਹਾਂਪੁਰਸ਼ਾਂ ਦੀ ਜਗ੍ਹਾ ਬਣੀ ਹੋਈ ਆ ਪੂਜਨੀਕ ਸੰਤ ਨੇ। ਹਾਂਜੀ। ਉੱਥੇ ਮਤਲਬ ਧਾਰਮਿਕ ਕੋਈ ਵੀ ਸਮਾਗਮ ਹੁੰਦਾ ਸੀ ਤਾਂ ਉੱਥੇ ਮੈਨੂੰ ਮੌਕਾ ਮਿਲਣਾ ਵਿੱਚ ਕੁਝ ਬੋਲਣ ਦਾ ਕੁਝ ਗਾਉਣ ਦਾ ਤਾਂ ਉਹ ਬਸ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ। ਉਹ ਆਸ਼ੀਰਵਾਦ ਹੀ ਹੈ ਵੀ ਉਹਦਾ ਕਰਕੇ ਕੋਈ ਖਾਨਦਾਨੀ ਆਪਾਂ ਕੋਈ ਗਾਇਕ ਨਹੀਂ ਜਾਂ ਕੋਈ ਕਹਿ ਲਓ ਵੀ ਸਾਡੇ ਕੋਈ ਬਜ਼ੁਰਗ ਜਾਂ ਸਾਡਾ ਕੋਈ ਵੀ ਕਿਸੇ ਨੂੰ ਕੋਈ ਸ਼ੌਂਕ ਨਹੀਂ ਸੀ ਇਸ ਗਾਇਕੀ ਦੇ ਨੇੜੇ ਕੋਈ ਵੀ ਨਹੀਂ ਸੀਗਾ ਬਟ ਇਹ ਪਰਮਾਤਮਾ ਦੀ ਕਿਰਪਾ ਹੋਈ ਹੈ ਜੀ। ਆਪਾਂ ਕਹਿ ਲਈਏ ਕਿ ਬਚਪਨ ਤੋਂ ਸ਼ੌਂਕ ਸੀ ਤੁਹਾਨੂੰ? ਬਿਲਕੁਲ ਜੀ ਬਿਲਕੁਲ। ਮੈਂ ਦੂਸਰੀ ਕਲਾਸ ਦੇ ਵਿੱਚ ਜਦੋਂ ਪਹਿਲੀ ਵਾਰੀ ਮੈਂ ਬਾਲ ਸਭਾ ਦੇ ਵਿੱਚ ਗੀਤ ਗਾਇਆ ਸੀ ਮੈਨੂੰ ਇੱਕ ਪੈਨਸਲ ਇਨਾਮ ਮਿਲੀ ਸੀਗੀ ਜਿਹੜੀ ਕਿ ਮੈਂ ਬਹੁਤ ਟਾਈਮ ਸੰਭਾਲ ਕੇ ਰੱਖੀ ਪਰ ਉਹ ਇੱਕ ਪ੍ਰਾਪਰਟੀ ਸੀਗੀ ਮੇਰੀ। ਉਹ ਫਿਰ ਪਤਾ ਨਹੀਂ ਕਿੱਥੇ ਉਹ ਕੋਈ ਮਤਲਬ ਘਰ ਸ਼ਿਫਟ ਕੀਤਾ ਉਦੋਂ ਕਿਤੇ ਖੋ ਗਈ ਤੇ ਉਹ ਮੇਰੀ ਜ਼ਿੰਦਗੀ ਦਾ ਪਹਿਲਾ ਇਨਾਮ ਸੀਗਾ ਜੀ ਇੱਕ ਪੈਨਸਲ। ਉਹਦੇ ਪਿੱਛੇ ਇੱਕ ਰਬੜ ਲੱਗੀ ਹੁੰਦੀ ਸੀ ਜੀ ਅੱਖਾਂ ਢਾਉਣ ਵਾਲੀ। ਉਹ ਬੜਾ ਚਿਰ ਸੰਭਾਲ ਕੇ ਰੱਖੀ ਹੈ ਜਿਵੇਂ। ਤੁਸੀਂ ਆਪਦੀ ਗੀਤਕਾਰੀ ਜਾਂ ਗਾਇਕੀ ਹੈ ਇਹਦੀ ਸ਼ੁਰੂਆਤ ਕਿਹੜੇ ਸਮੇਂ ਤੋਂ ਕੀਤੀ? ਮੈਂ ਜੀ 98 ਤੋਂ ਪ੍ਰੋਪਰ ਮੇਰੇ ਉਸਤਾਦ ਪਹਿਲੇ ਉਸਤਾਦ ਬਾਈ ਨਰਿੰਦਰ ਨਿੰਦਾ ਜੀ ਔਰ ਉਹਨਾਂ ਤੋਂ ਮੈਂ ਸਿੱਖਣਾ ਸ਼ੁਰੂ ਕੀਤਾ ਸੀ। ਪਰ ਮੈਂ ਜਦੋਂ ਸ਼ੁਰੂ ਕੀਤਾ ਸੀ ਮੈਂ 91-92 ਤੋਂ ਜਦੋਂ ਸੁਰਤ ਸੰਭਾਲੀ ਸੀਗੀ ਮੈਂ ਉਦੋਂ ਮੇਰੇ ਹਿਸਾਬ 'ਚ 8-10 ਸਾਲ ਦਾ ਸੀਗਾ। ਹੋ ਸਕਦਾ ਉਸ ਤੋਂ ਵੀ ਪਹਿਲਾਂ 90 ਦੇ ਦਹਾਕੇ ਦੇ ਵਿੱਚ ਮੈਂ ਬਾਲ ਸਭਾ ਦੇ ਵਿੱਚ ਗਾਉਣਾ ਸ਼ੁਰੂ ਕਰਤਾ ਸੀਗਾ। ਪਹਿਲਾਂ ਪ੍ਰਾਇਮਰੀ ਸਕੂਲ ਤੋਂ ਫਿਰ ਉਦੋਂ ਬਾਅਦ ਹਾਈ ਸਕੂਲ ਡੱਬੋ ਵਾਲੀ ਮਲਕੋ ਕੀ ਉੱਥੋਂ ਫਿਰ ਮੈਨੂੰ ਉਸਤਾਦਾਂ ਵਰਗੇ ਮੇਰੇ ਟੀਚਰ ਮੇਰੇ ਉਸਤਾਦ ਹੀ ਮੈਂ ਕਹਿੰਦਾ ਉਹਨਾਂ ਨੂੰ ਜੀ ਬਲਵਿੰਦਰ ਸਿੰਘ ਜੀ ਟਿੱਕਾ ਖੁਰਾਨਾ ਉਹਨਾਂ ਨੇ ਕਿਸਾਨ ਮਤਲਬ ਇੱਕ ਪੰਜਾਬ ਦੇ ਹੋਣਹਾਰ ਕਿਸਾਨਾਂ ਦੇ ਵਿੱਚੋਂ ਬੜੇ ਅਵਾਰਡ ਜਿੱਤੇ ਹੋਏ ਉਹਨਾਂ ਨੇ ਔਰ ਉਹਨਾਂ ਨੇ ਫਿਰ ਮੈਨੂੰ ਸਿਖਾਉਣਾ ਸ਼ੁਰੂ ਕੀਤਾ। ਬਾਲ ਸਭਾ ਦੇ ਵਿੱਚ ਮੈਂ ਗੀਤ ਗਾਉਂਦਾ ਹੁੰਦਾ ਸੀ ਮਾਂ ਹੁੰਦੀ ਹੈ ਮਾਂ ਦੁਨੀਆ ਵਾਲੇ ਔਰ ਉਹ ਜਦੋਂ ਅਸੀਂ ਗਾਉਣਾ ਤਾਂ ਮੇਰੇ ਲਈ ਸਭ ਤੋਂ ਇੱਕ ਵੱਡੀ ਗੱਲ ਇਹ ਸੀ ਕਿ ਮੇਰੇ ਜਿਹੜੇ ਟੀਚਰ ਸਾਹਿਬ ਸੀ ਉਹਨਾਂ ਨੇ ਟੀਚਰ ਸਾਹਿਬਾਨਾਂ ਨੇ 10-10 ਰੁਪਏ ਸਾਰੇ ਸਕੂਲ ਨੂੰ ਫੰਡ ਲਾਤਾ ਜੀ। ਅੱਛਾ ਜੀ। ਉਹ ਫੰਡ ਲਾ ਕੇ ਉਹਨਾਂ ਨੇ ਸਪੀਕਰ ਮੰਗਵਾਇਆ ਜੀ ਸਾਡੇ ਸਕੂਲ ਦੇ ਵਿੱਚ। ਫਿਰ ਜਿਹੜੀ ਬਾਲ ਸਭਾ ਸੀ ਉਹ ਸਪੀਕਰ ਦੇ ਵਿੱਚ ਹੁੰਦੀ ਸੀ। ਮੇਰੇ ਹੈਡਮਾਸਟਰ ਸਰਦਾਰ ਸੰਪੂਰਨ ਸਿੰਘ ਜੀ ਮੇਰੇ ਸਤਿਕਾਰਯੋਗ ਪਿਤਾ ਸਮਾਨ ਨੇ ਉਹਨਾਂ ਨੇ ਬੱਚਿਆਂ ਤਰ੍ਹਾਂ ਮੈਨੂੰ ਮਤਲਬ ਕਿ ਮੈਨੂੰ ਰੱਖਿਆ ਔਰ ਮੈਨੂੰ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ। ਉਹਨਾਂ ਨੇ ਫਿਰ ਕਹਿੰਦੇ ਵੀ ਪਤਾ ਲੱਗੇ ਵੀ ਬਾਲ ਸਭਾ ਹੁੰਦੀ ਹੈ ਵੀ ਪਿੰਡ 'ਚ ਪਤਾ ਲੱਗੇ ਵੀ ਇੱਥੇ ਸਾਡੇ ਸਕੂਲ 'ਚ ਕੋਈ ਬੱਚਾ ਗਾਉਂਦਾ ਤਾਂ ਉਹ ਫਿਰ ਸਪੀਕਰ ਦੇ ਵਿੱਚ ਬਾਲ ਸਭਾ ਹੁੰਦੀ ਸੀਗੀ ਜੀ ਉਹਨਾਂ ਟਾਈਮਾਂ ਦੇ ਵਿੱਚ। ਉਹ ਫਿਰ ਮੇਰੀ ਸਟਾਰਟਿੰਗ ਡੇ ਸੀ। ਉਸ ਤੋਂ ਬਾਅਦ ਚੱਲ ਜੀ ਅੱਗੇ ਜਿਵੇਂ ਸਾਖਰਤਾ ਮੁਹਿੰਮ ਦੇ ਵਿੱਚ ਮੈਂ ਗਾਇਆ। ਪਹਿਲਾਂ ਲੰਬੀ ਸਾਡੀ ਤਹਿਸੀਲ ਸੀ ਲੰਬੀ ਤੋਂ ਮੈਂ ਜਿੱਤਿਆ ਜੀ
ਬਲਾਕ ਮਲੋਟ ਸੀਗਾ, ਮਲੋਟ ਵੀ ਮੈਂ ਫਸਟ ਆਇਆ ਜੀ। ਮਲੋਟ ਤੋਂ ਬਾਅਦ ਫਿਰ ਡਿਸਟ੍ਰਿਕਟ ਉਦੋਂ ਫਰੀਦਕੋਟ ਹੁੰਦਾ ਸੀ, ਫਰੀਦਕੋਟ ਦੇ ਵਿੱਚ ਮੈਂ ਫਸਟ ਆਇਆ ਸੀਗਾ ਜੀ। ਔਰ ਫਿਰ ਮੇਰੇ ਜਿਹੜੇ ਮਤਲਬ ਪ੍ਰੋਪਰ ਫਿਰ ਦਿਮਾਗ 'ਚ ਇਹ ਬੈਠ ਗਿਆ ਕਿ ਹੁਣ ਬਸ ਗਾਉਣਾ ਹੀ ਹੈ ਜੀ। ਫਿਰ ਮੈਂ ਥੋੜਾ ਪੜ੍ਹਾਈ ਵਾਲੇ ਪਾਸੇ ਦਾ ਕਮਜ਼ੋਰ ਰਹਿ ਗਈ, ਪਰ ਇੱਧਰ ਮੈਂ ਪ੍ਰੋਪਰ ਫਿਰ ਟਿਊਸ਼ਨਾਂ ਵਗੈਰਾ ਲੈਣੀਆਂ ਸ਼ੁਰੂ ਕਰ ਦਿੱਤੀਆਂ। ਕਿੰਨੀਆਂ ਕਲਾਸਾਂ ਪੜ੍ਹ ਗਏ ਸੀ ਤੁਸੀਂ? ਮੈਂ ਤਾਂ ਜੀ ਪੜ੍ਹਿਆ ਤਾਂ ਕਿਹੜਾ 10ਵੀਂ ਤੱਕ ਹੀ ਸੀਗਾ ਜੀ, ਖਿੱਚ ਧੋ ਕੇ 10ਵੀਂ ਤੱਕ ਪਹੁੰਚੇ ਸੀ, ਮੁੜ ਕੇ ਬਸ 10ਵੀਂ ਤੋਂ ਬਾਅਦ ਸ਼ੌਂਕ ਹੈ ਕੀ ਰਹਿਣਾ ਸੀ ਕਿ ਪੜ੍ਹਾਈ ਤੁਸੀਂ ਪਿੱਛੇ ਛੱਡ ਪਿੱਛੇ ਰਹਿ ਗਈ ਜੀ। ਹਾਂ, ਉਹਦੇ 'ਚ ਅੱਜ ਮੈਨੂੰ ਮਹਿਸੂਸ ਹੁੰਦਾ ਕਈ ਥਾਵਾਂ ਤੇ ਵੀ ਜਦੋਂ ਮਤਲਬ ਕਿ ਸਟੇਜ ਦੇ ਉੱਪਰ, ਇਹ ਰੱਬ ਦਾ ਸ਼ੁਕਰ ਆ ਵੀ ਸਰੋਤੇ ਜਾਣੀ ਜਾਣ ਹੁੰਦੇ ਆ ਜੀ, ਹਨਾ, ਵੀ ਉਹਨਾਂ ਨੇ ਮੈਨੂੰ ਚਲੋ ਜੋ ਮੇਰੇ ਗੀਤਾਂ ਨਾਲ ਹੀ ਸਾਰਾ ਕੁਝ ਹੀ ਪ੍ਰਵਾਨ ਹੋ ਜਾਂਦਾ। ਕਦੇ ਕੋਈ ਸਾਨੂੰ ਵੀ ਲੱਗਦਾ ਵੀ ਅਸੀਂ ਅੰਗਰੇਜ਼ੀ ਦੇ ਕੋਈ 4 ਸ਼ਬਦ ਬੋਲੀਏ, ਪਰ ਥੋੜਾ ਬਹੁਤ ਚਲੋ ਜਿੰਨਾ ਕੁ ਮਤਲਬ ਕਿ ਪ੍ਰੋਫੈਸ਼ਨਲੀ ਚੱਲਦੇ ਆ ਉਹਨੇ ਥੋੜੇ ਬਹੁਤੇ ਹੁੰਦੇ, ਪਰ ਬਾਹਲਾ ਕੁਝ ਨਹੀਂ ਪੜ੍ਹਿਆ ਜੀ। ਮੈਂ ਕਹਿੰਦਾ ਮੈਂ BA MA ਕੁਝ ਨਹੀਂ ਕੀਤਾ ਸੀ। ਤੁਹਾਡਾ ਪਹਿਲਾ ਗੀਤ ਕਦੋਂ ਰਿਕਾਰਡ ਹੋਇਆ ਜੀ ਐਜ਼ ਅ ਗਾਇਕ? ਐਜ਼ ਅ ਗਾਇਕ ਮੇਰੀ 2005 ਦੇ ਵਿੱਚ ਪੂਰੀ ਐਲਬਮ ਰਿਕਾਰਡ ਹੋਈ ਸੀ ਜੀ, ਸਪਨੀ ਟੇਪ ਰਿਕਾਰਡ ਹੋਈ ਸੀ। ਪਰ ਮੇਰਾ ਜਿਹੜਾ ਪਹਿਲਾ ਗੀਤ ਰਿਕਾਰਡ ਹੋਇਆ ਸੀਗਾ ਜੀ, ਮੇਰੇ ਉਸਤਾਦ ਜੀ ਉਹਨਾਂ ਨੇ ਕਰਵਾਇਆ ਸੀਗਾ। ਉਹ ਮਤਲਬ ਕਿ ਟਰੈਕ ਡਬਿੰਗ ਸੀ, ਉਹ ਸੀਗਾ ਨੈਣੋ ਅਥਰੂ ਡੁੱਲਦੇ ਮਾਂ ਜਦ ਚੇਤੇ ਆਵੇ, ਉਹ ਗੀਤ ਰਿਕਾਰਡ। ਉਸ ਤੋਂ ਬਾਅਦ 2005 ਦੇ ਵਿੱਚ ਮੇਰੀ ਪੂਰੀ ਟੇਪ ਹੋਈ ਸੀ। ਫਿਰ ਚੱਲ ਸੋ ਚੱਲ ਜੀ ਅੱਗੇ 2009 ਚ ਜਾ ਕੇ ਫਿਰ ਦੁਬਾਰੇ ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾਂ, ਇਹ ਗੀਤ ਅਸੀਂ ਰਿਕਾਰਡ 2005 ਤੇ 2009 ਦੇ ਵਿੱਚ 4 ਸਾਲ ਦਾ ਜਿਹੜਾ ਗੈਪ, ਉਸ ਗੈਪ ਦੇ ਵਿੱਚ ਤੁਸੀਂ ਕਿਉਂ ਨਹੀਂ ਮਾਰਕੀਟ ਦੇ ਵਿੱਚ ਆਏ? ਇਹਦੇ ਵਿੱਚ ਜੀ ਕਾਰਨ ਇਹ ਹੈ, ਜਿਹੜਾ 2005 ਦੇ ਵਿੱਚ ਮੇਰੀ ਜਿਨ੍ਹਾਂ ਨੇ ਟੇਪ ਕੀਤੀ ਸੀਗੀ ਉਹ ਕੰਪਨੀ ਮੇਰੇ ਨਾਲ ਕੁਝ ਇਦਾਂ ਮਤਲਬ ਡਿਸਪਿਊਟ ਹੋ ਗਿਆ ਕੰਪਨੀ ਨਾਲ ਸਾਡਾ, ਤੇ ਬਸ ਉਸ ਤੋਂ ਬਾਅਦ ਮਨ ਹੀ ਟੁੱਟ ਗਿਆ ਸੀ। ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਜੀ ਅਸੀਂ ETC ਪੰਜਾਬੀ ਦੇ ਉੱਪਰ ਬੜੀ ਵਧੀਆ ਪੈਸੇ ਲਾ ਕੇ, ਕਿਉਂਕਿ ਮੈਨੂੰ ਇੱਕ ਤਰ੍ਹਾਂ ਦਾ ਜਿਵੇਂ ਕਹਿ ਲਾਂ, ਉਸ ਗੀਤ ਦੇ ਜਿਹੜੇ ਰਾਈਟਰ ਸੀ ਬਿੰਦਰ ਢਿੱਲੋਂ ਜੀ, ਮੇਰੇ ਸਤਿਕਾਰਯੋਗ, ਮੈਂ ਉਹਨਾਂ ਨੂੰ ਪਿਆਰ ਨਾਲ ਮੰਮੀ ਕਹਿੰਦਾ ਸੀ, ਔਰ ਉਹਨਾਂ ਨੇ ਵੀ ਮੈਨੂੰ ਆਪਣੇ ਬੱਚਿਆਂ ਵਾਂਗ ਹੀ ਆਪਣੇ ਪਰਿਵਾਰ 'ਚ ਰੱਖਿਆ, ਇੱਕ ਤਰ੍ਹਾਂ ਦਾ ਅਡਾਪਟ ਹੀ ਕਰ ਲਿਆ ਸੀ। ਔਰ ਉਹਨਾਂ ਨੇ ਪੈਸਾ ਲਾਇਆ, ਲੱਖਾਂ ਰੁਪਇਆ ਉਹਨਾਂ ਨੇ ਲਾਇਆ ਸੀ, ਪਰ ਉਹ ਕੰਪਨੀ ਦੀ ਨਲਾਇਕੀ ਕਰਕੇ ਕਹਿ ਲਓ ਜੀ ਵੀ ਉਹ ਅਸੀਂ ਐਡ ਵੀ ਸਾਡੀ ETC ਪੰਜਾਬੀ ਤੇ ਚੱਲਦੀ ਰਹੀ, ਪਰ ਉਹ ਮਾਲ ਹੀ ਨਹੀਂ ਪਹੁੰਚਾ ਸਕੀ ਉਹ ਕੰਪਨੀ। ਉਸ ਕੰਪਨੀ ਕੋਲੇ ਉਸ ਟਾਈਮ ਉਹ ਵੀ ਨਵੀਂ ਸੀਗੀ ਜੀ, ਉਹਨਾਂ ਕੋਲੇ ਇੰਨਾ ਦਾਇਰਾ ਹੀ ਨਹੀਂ ਸੀਗਾ ਕਿ ਉਹ ਮਤਲਬ ਕੈਸਟ ਹੀ ਨਹੀਂ ਪਹੁੰਚ ਸਕੀ। ਪਰ ਇਹ ਅਸੀਂ ਬੜੀ ਵੱਡੀ ਹੈ ਸਾਨੂੰ, ਮੈਂ ਜ਼ਿੰਦਗੀ 'ਚ ਮੈਨੂੰ ਚਲੋ ਵਾਹਿਗੁਰੂ ਜੋ ਕਰਦਾ ਵੈਸੇ ਆਂਦੇ ਹੁੰਦੇ ਆ, ਰਾਜ ਕਰਾਵੇ ਤਾਂ ਕਵਨ ਨੂੰ ਬੜਾਈ, ਭੀਖ ਮੰਗਾਵੇ ਕਿਆ ਘਸ ਜਾਈ, ਜੋ ਸਤਿਗੁਰੂ ਨੇ ਜਦੋਂ ਦੇਣਾ ਉਦੋਂ ਹੀ ਦੇਣਾ ਜੀ। ਪਰ ਸ਼ੁਕਰਗੁਜ਼ਾਰ ਆ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਫਿਰ ਮੈਂ 4-5 ਸਾਲ ਮੇਰਾ ਦਿਮਾਗ ਇਹ ਹੋ ਗਿਆ। ਮੈਂ 9 ਚ ਤੁਸੀਂ ਕਿਹੜੀ ਟੇਪ ਕੀਤੀ? 9 ਦੇ ਵਿੱਚ ਜੀ ਮੇਰਾ ਇਹ ਗੀਤ ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾਂ ਫਾਈਨ ਟੂਨ ਕੰਪਨੀ ਦੇ ਵਿੱਚ ਰਿਲੀਜ਼ ਹੋਇਆ ਜੀ ਇਹ ਗੀਤ। ਔਰ ਇਹ ਗੀਤ ਦੇ ਜਿਹੜਾ ਪੋਸਟਰ ਸੀਗਾ ਮਿਸ ਪੂਜਾ ਜੀ ਔਰ ਮੇਰੀ ਉਹਨਾਂ ਨੇ ਸਨੈਪ ਉੱਪਰ ਲਾ ਕੇ, ਬਾਕੀ ਕੁਝ ਹੋਰ ਸਿੰਗਰਾਂ ਦੇ ਗਾਣੇ ਸੀਗੇ, ਮਲਟੀ ਕੈਸਟ ਸੀ ਜਿਹਨੂੰ ਕਹਿ ਲਈਏ, ਤੇ ਉਹ ਰਿਲੀਜ਼ ਹੋਈ ਸੀਗੀ। ਔਰ ਇਹ ਗੀਤ ਸੁਪਰ ਡੁਪਰ ਹਿੱਟ ਰਿਹਾ। ਟਾਈਟਲ ਵੀ ਆਪਣੀ ਸੋਟੋ ਗੀਤ ਗਾਉਣਾ ਜ਼ਿਆਦਾ ਪਸੰਦ ਕਰਦੇ ਹੋ ਜਾਂ ਦਗਾਣਾ? ਦੇਖੋ ਜੀ, ਮੇਰੀ ਸੋਚ ਤਾਂ ਇਹੀ ਹੁੰਦੀ ਹੈ ਕਿ ਸੋਲੋ, ਪਹਿਲਾਂ ਸਟਾਰਟਿੰਗ ਮੇਰੀ ਸੋਲੋ ਤੋਂ ਹੀ ਹੈ, ਪਰ ਚਲੋ ਸਮੇਂ ਦੇ ਹਿਸਾਬ ਨਾਲ ਜੀ ਹੁਣ ਜਿਵੇਂ ਪ੍ਰੋਗਰਾਮ ਲਾਈਵ ਵਗੈਰਾ ਕਿਤੇ ਜਾਂਦੇ ਆ ਤਾਂ ਡਿਊਟ ਲੋਕ ਸੁਣਦੇ ਆ ਜੀ, ਉੱਥੇ ਫਿਰ ਡਿਊਟ ਹੀ ਗਾਉਣਾ ਪੈਂਦਾ। ਸੋਲੋ ਵੀ ਗਾਈ ਤੇ ਡਿਊਟ ਵੀ ਦੋਨੋਂ ਹੀ ਗਾਈਦੇ ਆ, ਪਰ ਮੈਂ ਮਤਲਬ ਜ਼ਿਆਦਾਤਰ ਜਿਵੇਂ ਕਹਿ ਰਹੇ ਹੋ ਖੁਸ਼ੀ ਮੈਨੂੰ ਸੋਲੋ ਗਾ ਕੇ ਹੁੰਦੀ ਹੈ। ਐਜ਼ ਅ ਰਾਈਟਰ ਜੀ, ਐਜ਼ ਅ ਰਾਈਟਰ ਵੀ ਕੁਝ ਗੀਤ ਮੇਰੇ ਜਿਵੇਂ ਦੁੱਧਾਂ ਨਾਲ ਪੁੱਤ ਪਾਲ ਕੇ ਮੇਰਾ ਆਪਣਾ ਹੀ ਲਿਖਿਆ ਹੋਇਆ ਸੀਗਾ ਜੀ। ਇਸ ਗੀਤ ਦੇ ਅਸੀਂ 9 ਅੰਤਰੇ ਲਿਖੇ ਹੋਏ ਸੀ, ਔਰ ਜਿਨ੍ਹਾਂ ਦੇ ਵਿੱਚੋਂ 4 ਅੰਤਰੇ ਰਿਕਾਰਡ ਕੀਤੇ ਅਸੀਂ। ਔਰ ਇਹ ਘੱਟੋ ਘੱਟ 3 ਮਹੀਨਿਆਂ ਦੇ ਵਿੱਚ ਇਹ ਗੀਤ ਪੂਰਾ ਹੋਇਆ ਸੀਗਾ ਜੀ, ਔਰ ਬਹੁਤ ਵਧੀਆ ਰਿਹਾ। ਬਾਕੀ ਹੋਰ ਵੀ ਕੁਝ ਗੀਤ ਮੈਂ ਲਿਖਦਾ ਰਹਿਣਾ, ਬਟ ਮੈਂ ਕਦੇ ਮਤਲਬ ਪ੍ਰੋਫੈਸ਼ਨਲੀ ਰਾਈਟਰ ਦਾ ਕਦੇ ਸੋਚਿਆ ਨਹੀਂ ਕਿ ਮੈਂ ਰਾਈਟਰ ਤੌਰ ਤੇ ਵੀ ਅੱਗੇ ਆਵਾਂ। ਤੁਸੀਂ ਕਿੰਨਾ ਦੇ ਗੀਤ ਗਾਏ ਹੋ ਹੋਰ ਕਿਸੇ ਰਾਈਟਰ ਦੇ? ਰਾਈਟਰਾਂ ਦੇ ਵਿੱਚੋਂ ਜੀ ਜਿਵੇਂ ਪਹਿਲਾ ਜਿਹੜਾ ਮੇਰਾ ਸਟਾਰਟਿੰਗ ਗੀਤ ਸੀਗਾ ਜਿਹਦੇ ਕਰਕੇ ਮੈਂ ਇਨਾਮ ਜਿੱਤੇ ਸਾਖਰਤਾ ਸਮਿਤੀ ਦੇ, ਉਹ ਇੰਦਰਜੀਤ ਹਸਨਪੁਰੀ ਜੀ, ਉਹਨਾਂ ਦਾ ਪਹਿਲਾ ਗੀਤ ਮੈਂ ਗਾਇਆ ਸੀ। ਭਗਵਾਨ ਸਿੰਘ ਚੀਮਾ ਜੀ, ਉਹਨਾਂ ਦੇ ਗੀਤ ਰਿਕਾਰਡ ਹੋਏ ਆ। ਗੀਤਕਾਰਾਂ ਦੇ ਵਿੱਚੋਂ ਮਹਿਕਮ ਬਰਾੜ ਮੇਰੇ ਬਹੁਤ ਅੱਛੇ ਦੋਸਤ ਸੀ, ਪਰ ਉਹ ਅਕਾਲ ਪੁਰਖ ਪ੍ਰਮਾਤਮਾ ਦਾ ਭਾਣਾ ਜੀ, ਉਹ ਨਹੀਂ ਰਹੇ ਇਸ ਸੰਸਾਰ ਤੇ। ਔਰ ਸੁਖਚੈਨ ਸੰਧੂ ਜੀ ਔਰ ਰੰਮਾ ਬੁੱਟਰ, ਬਹੁਤ ਸਾਰੇ ਬਾਈ ਕੁਲਦੀਪ ਬੋਪਾ ਰਾਏ, ਬੜੇ ਹੋਰ ਵੀ ਮਤਲਬ ਕਿ ਪੁਰਾਣੇ ਰਾਈਟਰ ਆ ਜਿਵੇਂ ਕੁਲਦੀਪ ਗੱਗੜ ਹੋ ਗਿਆ ਜੀ, ਬੜੇ ਸਾਰੇ ਰਾਈਟਰ ਜਿਨ੍ਹਾਂ ਦੇ ਪਿੱਛੇ ਤਾਂ ਮੈਂ ਨਾਂ ਰਹਿ ਵੀ ਗਿਆ ਤਾਂ ਮੈਂ ਉਹਨਾਂ ਤੋਂ ਮਾਫੀ ਚਾਹਾਂਗਾ। ਤੇ ਬਾਈ ਜੀ ਆਪਣੇ ਪ੍ਰੀਤ ਕਾਲਚਰਾਣੀ ਜੀ ਨਾਲ ਸਾਡਾ ਚੱਲ ਰਿਹਾ ਜੀ, ਉਹਨਾਂ ਤੋਂ ਪਹਿਲੇ, ਕਿਉਂਕਿ ਜਿਹੜੀ ਪਹਿਲੀ ਕੈਸਟ ਵੇਲੇ ਸ਼ੁਰੂਆਤ ਅਸੀਂ ਉਹਨਾਂ ਤੋਂ ਕੀਤੀ ਸੀਗੀ, ਵੱਡੇ ਵੀਰ ਨੇ ਮੇਰੇ ਉਸਤਾਦਾਂ ਵਰਗੇ ਭਰਾ ਨੇ ਜੀ ਉਹ ਵੀ। ਔਰ ਹੋਰ ਬਹੁਤ ਸਾਰੇ ਰਾਈਟਰ ਜਿਵੇਂ ਜੀ ਕੁਝ ਨਾਮੀ ਰਾਈਟਰਾਂ ਦੇ ਵਿੱਚੋਂ ਹੁਣ ਅਸੀਂ ਕਰ ਰਹੇ ਹਾਂ ਅੱਗੇ, ਜਿਨ੍ਹਾਂ ਦੇ ਵਿੱਚ ਰਾਈਟਰ ਮੇਰੇ ਦੋਸਤ ਭਾਈ ਕੁਲਦੀਪ ਜੀ, ਉਹਨਾਂ ਦਾ ਗੀਤ ਵੀ ਰਿਕਾਰਡ ਹੋਇਆ, ਬਿੱਲਾ ਕੋਟ ਭਾਈ ਜੀ, ਔਰ ਬਹੁਤ ਸਾਰੇ ਹੋਰ ਮੇਰੇ ਮਿੱਤਰ ਜਿਨ੍ਹਾਂ ਦੇ ਵਿੱਚ ਸਤਿਕਾਰਯੋਗ ਮਰਹੂਮ ਗੁਰਚਰਨ ਵਿਰਕ ਸਾਹਿਬ ਦਾ ਗੀਤ ਰਿਕਾਰਡ ਜੀ, ਹੀਰ ਮਤਲਬ ਐਜ਼ ਇਟ ਇਜ਼ ਮੈਂ ਉਹ ਰਿਕਾਰਡ ਕੀਤਾ। ਠੀਕ ਹੈ। ਤੇ ਬਾਕੀ ਜੀ ਲੱਗੇ ਹੋਏ ਆ ਹੁਣ ਜਿਵੇਂ ਜਿਵੇਂ ਅੱਗੇ
ਦੋਸਤਾਂ ਮਿੱਤਰਾਂ ਨਾਲ ਸੰਪਰਕ ਅੱਗੇ ਰਾਈਟਰਾਂ ਨਾਲ ਚੱਲ ਰਿਹਾ ਹੈ। ਨਵਾਂ ਕੀ ਕਰ ਰਹੇ ਹੋ ਨਵੀਂ ਜਨਰੇਸ਼ਨ ਵਾਸਤੇ ਕੁਝ? ਨਵੀਂ ਜਨਰੇਸ਼ਨ ਵਾਸਤੇ ਭਾਜੀ ਉਹਨਾਂ ਇੱਕ ਮੇਰਾ ਲੇਟੈਸਟ ਹੁਣ Song ਆ ਰਿਹਾ ਜੀ, ਮੈਂ ਸੋਲੋ ਰਿਕਾਰਡਿੰਗ ਚੱਲ ਰਹੀ ਹੈ ਉਸ Song ਦੀ। ਔਰ ਹੁਣ ਜਿਹੜਾ ਲੇਟੈਸਟ ਅਸੀਂ ਬਿਲਕੁਲ ਰਿਲੀਜ਼ ਕੀਤਾ ਬਾਬਾ ਬੁੱਢਾ ਸਾਹਿਬ ਜੀ ਤੇ ਧਾਰਮਿਕ Song ਰਿਲੀਜ਼ ਕੀਤਾ ਜੀ, ਜਿਹੜਾ ਹੁਣ ਪੂਰਾ ਤੁਹਾਡੇ ਅੱਗੇ ਭਰਾਵਾਂ ਦੀ ਕਿਰਪਾ ਨਾਲ ਚਰਚਾ ਦੇ ਵਿੱਚ ਹੈ ਜੀ, ਔਰ ਉਹ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ। ਔਰ ਬਹੁਤ ਅੱਛਾ ਬੜਾ ਸਕੂਨ ਮਿਲਿਆ ਸਾਨੂੰ ਉਹ ਧਾਰਮਿਕ ਗੀਤ ਗੁਰੂ ਸਾਹਿਬ ਦੇ ਮਤਲਬ ਉਸਤਤ ਕਰਕੇ ਸਾਨੂੰ ਬੜੀ ਸਕੂਨ ਮਿਲਿਆ ਔਰ ਖੁਸ਼ੀ ਹੋਈ ਹੈ। ਬਹੁਤ ਵਧੀਆ ਜਾ ਰਿਹਾ ਉਸ ਗੀਤ ਦੇ 2 ਸ਼ਬਦ ਬਿਲਕੁਲ ਜੀ ਸਰੋਤਿਆਂ ਦੇ ਜੀ ਜੀ ਬਿਲਕੁਲ ਜੀ ਬਾਬਾ ਬੁੱਢਾ ਸਾਹਿਬ ਦੇ ਸਮਰਪਿਤ 2 ਸ਼ਬਦ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਦਾ ਜੀ। ਹੋ ਰੈਡੀ ਕਰ ਲੈ ਡਬਲ ਟਰਾਲੇ, ਝੰਡੇ ਝੂਲਣ ਖੰਡਿਆਂ ਵਾਲੇ, ਪਾਤੇ ਬੁੱਢਾ ਸਾਹਿਬ ਨੂੰ ਚਾਲੇ, ਪਾਤੇ ਬੁੱਢਾ ਸਾਹਿਬ ਨੂੰ ਚਾਲੇ, ਕਰ ਸਫਲਾ ਜ਼ਿੰਦਗਾਨੀ ਨੂੰ। ਉਹ ਕਰੀਏ ਸਜਦੇ ਬਾਬਾ ਬੁੱਢਾ ਜੀ ਪੁੱਤਰਾਂ ਦੇ ਦਾਨੀ ਨੂੰ, ਕਰੀਏ ਸਜਦੇ ਬਾਬਾ ਬੁੱਢਾ ਜੀ ਪੁੱਤਰਾਂ ਦੇ ਦਾਨੀ ਨੂੰ। ਉਹ ਪਾਤੇ ਬੁੱਢਾ ਸਾਹਿਬ ਨੂੰ ਚਾਲੇ। ਬਹੁਤ ਵਧੀਆ ਜੀ, ਥੈਂਕ ਯੂ ਜੀ। ਹੋਰ ਕੁਝ ਨਵਾਂ ਕਰ ਰਹੇ ਹੋ ਕਿਸੇ ਤਰ੍ਹਾਂ ਦਾ? ਨਵਾਂ ਭਾਜੀ ਬਸ ਉਹਨਾਂ ਸੋਲੋ ਇੱਕ ਸੈਡ Song ਰਿਲੀਜ਼ ਕਰਨਾ ਅੱਗੇ ਫਰਵਰੀ ਮਾਰਚ ਦੇ ਵਿੱਚ ਉਹ ਕਰਾਂਗੇ। ਬਾਕੀ ਡਿਊਟ ਮੇਰਾ ਸੁਦੇਸ਼ ਕੁਮਾਰੀ ਜੀ ਨਾਲ ਹੋਇਆ ਪਿਆ ਜੀ, ਜਾਣ ਕੇ ਸ਼ਰਾਬੀ ਬਣੀ ਜਾਵੇ ਜੀਜੇ ਕੋਲੋਂ ਨੋਟ ਮੁੱਕ ਗਏ। ਉਹ ਅਸੀਂ ਜਲਦੀ ਸਰੋਤਿਆਂ ਦੇ ਰੂਬਰੂ ਦਾ ਵੀਡੀਓ ਕਰਕੇ ਔਰ ਪ੍ਰੋਪਰ ਇੱਕ ਵਿਆਹ ਦਾ ਮਾਹੌਲ ਬਣਾ ਕੇ ਉਹ ਸਰੋਤਿਆਂ ਦੇ ਰੂਬਰੂ ਕਰਾਂਗੇ ਜੀ। ਔਰ ਉਸ ਨੂੰ ਵੀ ਆਪਾਂ ਤੁਹਾਡੇ ਰਾਹੀਂ ਵੀ ਸੰਦੇਸ਼ ਦੇਵਾਂਗੇ, ਤੁਹਾਡੇ ਰਾਹੀਂ ਵੀ ਦਰਸ਼ਕਾਂ ਤੱਕ ਮਤਲਬ ਦੱਸਾਂਗੇ, ਫਿਰ ਮਿਲਾਂਗੇ। ਕਿਹੜੀ ਕੰਪਨੀ 'ਚ ਕਰ ਰਹੇ ਜੀ ਇਹ ਭਾਜੀ ਦੇਖੋ ਹੁਣ ਆਉਣ ਵਾਲੇ ਟਾਈਮ 'ਚ ਹੁਣ ਕਿਹੜੀ ਕੰਪਨੀ ਨਾਲ ਟਾਈ ਅਪ ਹੁੰਦਾ ਜੀ, ਜਿਵੇਂ ਅਜੇ ਤੱਕ ਤਾਂ ਕਿਹੜਾ ਵੀਡੀਓ ਕਰ ਰਿਕਾਰਡਿੰਗ ਹੋਈ ਹੈ, ਕਿਹੜਾ ਹੁਣ ਵੀਡੀਓ ਵਗੈਰਾ ਕਰਕੇ ਫਿਰ ਅੱਗੇ ਦੇਖਾਂਗੇ ਕਿਸ ਤਰ੍ਹਾਂ। ਹਾਂਜੀ ਜੀ ਬਿਲਕੁਲ। ਜਿਹੜੀ ਅਜੋਕੀ ਗਾਇਕੀ ਦੇ ਵਿੱਚ ਹੁਣ ਜਿਹੜੇ ਮਾਡਰਨ ਗੀਤ ਨੇ ਉਹ ਇੱਕ ਤਾਂ ਹਥਿਆਰਾਂ ਨੂੰ ਬਹੁਤ ਪ੍ਰਮੋਟ ਕਰ ਰਹੇ, ਉਸ ਬਾਰੇ ਕੁਝ ਕਹਿਣਾ ਚਾਹੋਗੇ? ਦੇਖੋ ਜੀ ਮੈਨੂੰ ਹਰੇਕ ਇੰਟਰਵਿਊ ਦੇ ਵਿੱਚ ਇਹ ਮੇਰੇ ਪੁੱਛੀ ਜਾਂਦੀ ਹੈ ਸਵਾਲ। ਦੇਖੋ ਕਿਉਂਕਿ ਸਵਾਲ ਵੀ ਅੱਜ ਦੇ ਟਾਈਮ ਤੇ ਇਹ ਇੱਕ ਬਹੁਤ ਲਾਜ਼ਮੀ ਹੋ ਗਿਆ ਜੀ, ਸਾਨੂੰ ਸੋਚਣਾ ਵੀ ਪਏਗਾ ਔਰ ਸਮਝਣਾ ਵੀ ਪਏਗਾ ਇਸ ਗੱਲ ਨੂੰ, ਕਿਉਂਕਿ ਮੇਰੀ ਤਾਂ ਇੰਨੀ ਵੱਡਾ ਮੈਂ ਕੋਈ ਤਜਰਬਾ ਨਹੀਂ ਕਹਿ ਸਕਦੇ ਮੈਂ, ਪਰ ਜੋ ਕੁਝ ਸਮਾਜ ਦੇ ਵਿੱਚ ਦੇਖਦੇ ਆ ਵੀ ਨਹੀਂ ਹੋਣਾ ਚਾਹੀਦਾ। ਗੀਤ ਉਹ ਜਿਹੇ ਹੋਣੇ ਚਾਹੀਦੇ ਜਿਨ੍ਹਾਂ ਦਾ ਕੋਈ ਮਤਲਬ ਸਮਾਜ ਨੂੰ ਕੋਈ ਸੇਧ ਹੋਵੇ, ਜਾਂ ਕੋਈ ਸਾਡੀ ਜਵਾਨੀ ਨੂੰ ਸੇਧ ਹੋਵੇ, ਜਾਂ ਉਹਦੇ ਵਿੱਚ ਕੋਈ ਸਾਡੀ ਨਿੱਜੀ ਜ਼ਿੰਦਗੀ ਨਾਲ ਜੁੜਵੀਂ ਚੀਜ਼ ਹੋਵੇ। ਉਹਨਾਂ ਹਥਿਆਰਾਂ ਵਾਲੇ ਗਾਣੇ ਤਾਂ ਦੇਖੋ ਜੀ, ਜਿਵੇਂ ਮੇਰਾ ਇੱਕ ਗੀਤ ਰਿਕਾਰਡ ਹੋਇਆ ਸੀਗਾ, ਕੀਤੇ ਗਾਉਣ ਵਾਲਿਆਂ ਨੇ ਬਦਨਾਮ ਨਹੀਂ ਜੱਟ ਫੁਕਰੇ ਨਹੀਂ ਹੁੰਦੇ, ਹਨਾ ਵੀ ਫੁਕਰੇ ਕਿੱਥੇ, ਜੱਟ ਇੰਨੇ ਫੁਕਰੇ ਨਹੀਂ ਹੁੰਦੇ ਜਿੰਨੇ ਬਣਾਏ ਜਾ ਰਹੇ ਆ। ਇੰਨੇ ਜੋਗਾ ਜੱਟ ਕਿੱਥੇ ਹੈ? ਜ਼ਿਮੀਂਦਾਰਾਂ ਦਾ ਦੇਖੋ, ਆਪਾਂ ਤਾਂ ਕਿਸਾਨ ਉੱਥੇ ਜਾ ਕੇ 1 ਸਾਲ ਹੋ ਗਿਆ ਜੀ ਬੈਠਿਆਂ ਨੂੰ, ਹਨਾ ਦਿੱਲੀ ਦੀਆਂ ਦਹਲੀਜ਼ਾਂ ਤੇ ਬੈਠੇ ਆ, ਤਰਲੇ ਮਾਰ ਰਹੇ ਆ, ਔਰ ਅਸੀਂ ਅੱਜ ਵੀ ਕਹੀ ਜਾ ਰਹੇ ਕਿ ਜੱਟ ਐ ਕਰ ਦੋ, ਜੱਟ ਕਿੱਥੇ ਹੁੰਦਾ? ਠੀਕ ਹੈ, ਜੱਟ ਕੋਲੇ ਹੌਸਲਾ ਦਿੱਤਾ ਪ੍ਰਮਾਤਮਾ ਨੇ ਇੱਕ ਜ਼ਿਮੀਂਦਾਰ ਬੰਦੇ ਨੂੰ, ਇੱਕ ਕਿਰਤ ਕਰਕੇ ਖਾਣ ਵਾਲੇ ਇਨਸਾਨ ਨੂੰ, ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ, ਕਿਹੋ ਜਿਹਾ ਹੌਸਲਾ ਦਿੱਤਾ ਕਿ ਉਹ ਗਰੀਬੀ 'ਚ ਵੀ ਡੋਲਦਾ ਨਹੀਂ ਹੈ। ਪਰ ਉਹ ਬਦਮਾਸ਼ ਤਾਂ ਨਹੀਂ ਕਹਿ ਸਕਦੇ ਨਾ, ਹਾਂ, ਪਰ ਗਾ ਰਹੇ ਆ ਜੀ ਹੁਣ ਨਵੀਂ ਜਨਰੇਸ਼ਨ ਨੂੰ, ਚਲੋ ਚੱਲ ਵੀ ਰਿਹਾ, ਬਹੁਤ ਅੱਛਾ ਵੀ ਗਾ ਰਹੇ ਆ ਮੁੰਡੇ ਨਵੇਂ, ਜਿਹੜੇ ਮਤਲਬ ਕਿ ਛੋਟੀ ਉਮਰ ਦੇ ਨਵੇਂ ਮੁੰਡੇ ਉੱਠੇ ਆ, ਸੋਹਣਾ ਵੀ ਗਾ ਰਹੇ ਆ। ਤੁਹਾਨੂੰ ਨਹੀਂ ਲੱਗਦਾ ਇਹਦਾ ਸੰਦੇਸ਼ ਕਿਸੇ ਹੋਰ ਸ਼ਹਿਰ ਨੂੰ ਜਾ ਰਿਹਾ ਹੈ? ਇਹ ਗਾਇਕੀ ਜਿਹੜੀ ਆਪਾਂ ਲੱਚਰਤਾ ਵੀ ਥੋੜੀ ਜਿਹੀ ਵਿੱਚ ਜ਼ਿਆਦਾ ਇਹਨਾਂ ਦੇ ਆ ਰਹੀ ਹੈ, ਥੋੜਾ ਜਿਹੜਾ ਇਹਨਾਂ ਨੇ ਹਥਿਆਰਾਂ ਬਾਰੇ ਵੀ ਗੱਲਬਾਤ ਜ਼ਿਆਦਾ ਕਰਦੇ ਆ, ਨੌਜਵਾਨ ਪੀੜ੍ਹੀ ਨੂੰ ਸੇਧ ਕੋਈ ਗਲਤ ਨਹੀਂ ਆ ਰਹੀ? ਦੇਖੋ ਜੀ ਇਹ ਤਾਂ ਮਾਂ-ਬਾਪ ਨੂੰ ਚਾਹੀਦਾ ਹੁੰਦਾ ਜੀ। ਮੈਂ ਹੁਣ ਜੇ ਘਰੋਂ ਕੱਪੜੇ ਪਾ ਕੇ ਨਿਕਲਦਾ, ਮੇਰੇ ਮਾਂ-ਬਾਪ ਨੂੰ ਪਤਾ ਮੈਂ ਕੀ ਪਾਇਆ ਹੈ। ਸਾਡੀਆਂ ਧੀਆਂ, ਸਾਡੀਆਂ ਬੱਚੀਆਂ ਜੇ ਉਹ ਕੁਝ ਪਹਿਰਾਵਾ ਉਹ ਕੁਝ ਪਾ ਰਹੀਆਂ, ਤਾਂ ਮਾਂ-ਬਾਪ ਨੂੰ ਸਭ ਤੋਂ ਪਹਿਲੇ ਜ਼ਿੰਮੇਵਾਰ ਮਾਂ-ਬਾਪ ਨੂੰ ਚਾਹੀਦਾ ਵੀ ਚਲੋ ਬੱਚਿਆਂ ਵੱਲ ਧਿਆਨ ਦਿਓ। ਠੀਕ ਹੈ, ਬੱਚੇ ਕੱਚੀ ਉਮਰ ਹੁੰਦੀ, ਉਹਨਾਂ ਨੂੰ ਚਾਹ ਹੁੰਦਾ ਕਿ ਅਸੀਂ ਏਦਾਂ ਦੇ ਦਿਖੀਏ, ਬਟ ਅਸੀਂ ਜੇ ਗੀਤਾਂ ਰਾਹੀਂ ਸੋਚੀਏ ਵੀ ਗੀਤਾਂ ਦੇ ਵਿੱਚ ਜੋ ਫੈਸ਼ਨ ਚੱਲ ਪਿਆ ਅਸੀਂ ਉਹੀ ਕਰਾਂਗੇ, ਤਾਂ ਹਰ ਚੀਜ਼ ਸਾਡੇ ਲਈ ਮੁਨਾਸਿਬ ਨਹੀਂ ਹੈ, ਔਰ ਸਾਡੇ ਲਈ ਮਤਲਬ ਕਿ ਜ਼ਰੂਰੀ ਨਹੀਂ ਕਿ ਉਹ ਚੰਗੀ ਹੋਵੇ ਸਾਡੇ ਲਈ। ਇਸ ਕਰਕੇ ਵੀ ਸਮਾਂ ਦੇ ਹਿਸਾਬ ਨਾਲ ਜ਼ਰੂਰ ਢਲੋ, ਪਰ ਇੰਨਾ ਵੀ ਨਹੀਂਗਾ ਕਿ ਅਸੀਂ ਇੰਨੇ ਆਪਦੇ ਮਤਲਬ ਕਿ ਚਲੋ ਮੈਂ ਸ਼ਬਦ ਨਹੀਂ ਕਹਿਣੇ ਚਾਹੁੰਦਾ ਉਹ ਵੀ ਨੰਗੇਜ਼ ਨੂੰ ਜੇ ਅਸੀਂ ਆਪਣਾ ਐਡਵਾਂਸਮੈਂਟ ਮੰਨਾਂਗੇ ਤਾਂ ਕੋਈ ਚੰਗੀ ਗੱਲ ਨਹੀਂ ਹੈ। ਇਹ ਸਾਡੇ ਵਾਸਤੇ ਜਾਂ ਸਾਡੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਕੋਈ ਚੰਗਾ ਕੰਮ ਨਹੀਂ ਹੈ ਕਿ ਇਹ ਐਡਵਾਂਸਮੈਂਟ ਕਿੱਥੋਂ ਦੀ ਹੈ। ਐਡਵਾਂਸਮੈਂਟ ਕਰਨੀ ਹੈ ਤਾਂ ਐਡਵਾਂਸਮੈਂਟ ਸਾਡੇ ਵਿਚਾਰਾਂ ਦੀ ਹੋਵੇਗੀ, ਹਨਾ, ਸਾਡੀ ਵਿਚਾਰਧਾਰਾ ਦੀ ਹੋਵੇ, ਸਾਡੇ ਲਹਿਜੇ ਦੀ ਹੋਵੇ, ਸਾਡੀ ਮਤਲਬ ਸਮਾਜ ਦੇ ਵਿੱਚ ਵਿਚਰਨ ਦੀ ਐਡਵਾਂਸਮੈਂਟ ਹੋਵੇ, ਹਨਾ। ਜੇ ਸੋਹਣਾ ਲੱਗੇਗੀ ਅਸੀਂ ਲੋਕਾਂ ਨੂੰ, ਸਾਨੂੰ ਚੰਗਾ ਵੀ ਲੱਗੇ। ਸੋ ਮੈਂ ਬੇਨਤੀ ਕਰੂੰਗਾ ਨਵੀਂ ਜਨਰੇਸ਼ਨ ਨੂੰ ਕਿ ਸੁਣੋ, ਹਰੇਕ ਤਰ੍ਹਾਂ ਦਾ ਸੁਣਦੇ ਰਹੋ ਤੁਸੀਂ, ਪਰ ਤੁਸੀਂ ਆਪਣੇ ਆਪ ਨੂੰ ਇੱਕਦਮ ਉਸ ਚੀਜ਼ ਦੇ ਵਿੱਚ ਢਾਲੋ ਕਿ ਤੁਸੀਂ ਕੋਈ ਸਮਾਜ ਦੇ ਵਿੱਚ ਦੇਖਿਆ ਜੀ, ਹਾਂ ਜੇ ਕੋਈ ਫੈਸ਼ਨ, ਜੇ ਕਿਸੇ ਗਾਣੇ 'ਚ ਕੋਈ ਫੈਸ਼ਨ ਦੀ ਗੱਲ ਹੋਈ ਹੈ
ਤਾਂ ਮੈਂ ਆਪਦੀਆਂ ਮਤਲਬ ਛੋਟੀਆਂ ਭੈਣਾਂ ਨੂੰ ਜਾਂ ਬੱਚਿਆਂ ਨੂੰ ਜ਼ਰੂਰ ਇਹ ਬੇਨਤੀ ਕਰੂੰ ਕਿ ਯਕਦਮ ਤੁਸੀਂ ਆਪਣੇ ਆਪ ਨੂੰ ਚੇਂਜਿੰਗ ਨੂੰ ਇਹ ਨਾ ਸਮਝੋ ਕਿ ਤੁਸੀਂ ਐਡਵਾਂਸ ਹੋ, ਹਨਾ। ਸੋ ਥੋੜਾ ਜਿਹਾ ਦੇਖ ਕੇ ਦੇਖੋ ਅਸੀਂ ਕਿਸ ਲੈਵਲ ਦੇ ਆ, ਸਾਡੇ ਪੂਰਵਜ ਕੌਣ ਆ। ਅਸੀਂ ਮਾਤਾ ਸਾਹਿਬ ਕੌਰ ਆ ਸਾਡੀ, ਹਨਾ। ਅਸੀਂ ਮਾਤਾ ਜਿਹੜੇ ਸਾਡੇ ਗੁਰੂ ਪੀਰ ਪੈਗੰਬਰ ਹੋਏ ਆ, ਹਨਾ, ਬੀਬੀ ਨਾਨਕੀ ਜੀ, ਹਨਾ, ਉਹਨਾਂ ਬਾਰੇ ਸੁਣਿਆ ਕਰੇ, ਹਨਾ। ਗੱਲ ਵੀ ਉਹ ਜੇ ਉਹ ਚੀਜ਼ਾਂ ਨਾਲ ਜੁੜੇ ਰਵਾਂਗੇ ਤਾਂ ਸਾਨੂੰ ਦੁਨੀਆ ਦੀ ਕੋਈ ਵੀ ਤਾਕਤ ਸਾਡੀ ਪੰਜਾਬੀ ਕੌਮ ਨੂੰ ਖਤਮ ਨਹੀਂ ਕਰ ਸਕਦੀ। ਅਸੀਂ ਆਪ ਹੀ ਖਤਮ ਹੋ ਰਹੇ ਹਾਂ, ਇਹਦੇ ਜ਼ਿੰਮੇਵਾਰ ਅਸੀਂ ਹਾਂ। ਤੁਸੀਂ ਮੰਨਦੇ ਹੋ ਕਿ ਆਪਾਂ ਆਪਣੇ ਸੱਭਿਆਚਾਰ ਤੋਂ ਪਿੱਛੇ ਹਟ ਗਏ? ਦੇਖੋ ਜੀ, ਮੈਨੂੰ ਤਾਂ ਇਹ ਗੱਲ ਕਹਿਣ ਦੀ ਲੋੜ ਨਹੀਂ, ਤੁਸੀਂ ਮਹਿਸੂਸ ਕਰ ਰਹੇ ਹੋ, ਸਾਹਮਣੇ ਸਰੋਤੇ ਬੈਠੇ ਹੋ ਵੀ ਮਹਿਸੂਸ ਕਰਦੇ ਆ ਕਿੱਥੇ ਗਿਆ ਸਾਡਾ ਸੱਭਿਆਚਾਰ, ਹੈ ਨਾ, ਕਿੱਥੇ ਗਈਆਂ ਉਹ ਗੱਲਾਂ ਬਾਤਾਂ। ਠੀਕ ਹੈ, ਅਸੀਂ ਬੜਾ ਕੁਝ ਸੁਣਦੇ, ਕਿੱਸੇ ਕਹਾਣੀਆਂ ਹੁੰਦੇ ਸੀ, ਹਨਾ। ਅੱਜ ਵੀ ਤੁਸੀਂ ਸੁਣ ਲਓ, ਅੱਜ ਕੋਈ ਕਵਿਸ਼ਰੀ ਜਥੇ ਹੁੰਦੇ ਸੀ ਜਿਨ੍ਹਾਂ ਨੂੰ ਦੇਖੋ ਸੁਣ ਸੁਣ ਕੇ ਮੈਂ ਆਪਦੀ ਸਿੰਗਿੰਗ ਜਿਹੜਾ ਕੈਰੀਅਰ ਸ਼ੁਰੂ ਕੀਤਾ। ਅੱਜ ਕਵਿਸ਼ਰੀ ਜਥੇ ਕੌਣ ਆ? ਗੁਰੂ ਘਰ ਦਾ ਪਾਠੀ ਬਣਨ ਤੋਂ ਬੰਦਾ ਡਰਦਾ ਜੀ, ਹੁਣ ਸਤਿਕਾਰ ਨਹੀਂ ਰਹਿ ਗਿਆ, ਹਨਾ। ਤੇ ਗੁਰੂ ਦਾ ਨਾਮ ਲੈਣ ਤੋਂ ਜੇ ਕੋਈ ਡਰਦਾ, ਫਿਰ ਉਦੋਂ ਮਾੜਾ ਸਮਾਂ ਆਪਾਂ ਕਿਹਨੂੰ ਕਹਿ ਸਕਦੇ ਹਾਂ? ਹੁਣ ਦੇਖ ਲਓ ਤੁਸੀਂ, ਕਵਿਸ਼ਰ ਬਣਨਾ ਕੌਣ ਪਸੰਦ ਕਰੂਗਾ? ਮੈਂ ਰਣਜੀਤ ਬਾਵਾ ਜੀ ਨੂੰ, ਬਾਈ ਜੀ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਬਾਬੂ ਰਜਬਲੀ ਨੂੰ ਰਿਕਾਰਡ ਕੀਤਾ, ਲੋਕ ਅੱਜ ਵੀ ਸੁਣਦੇ। ਪਰ ਗੱਲ ਇਹ ਹੈ ਵੀ ਲੋਕ ਸੁਣਨਗੇ ਤਾਂ। ਪਰ ਮੈਂ ਸਿੰਗਰਾਂ ਨੂੰ ਵੀ ਇਹ ਗੱਲ ਕਹੂੰਗਾ, ਤੁਸੀਂ ਕੁਝ ਉਹੋ ਜਿਹਾ ਰਿਕਾਰਡ ਕਰਨ ਦੀ ਕੋਸ਼ਿਸ਼। ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਗੀਤ ਰਿਲੀਜ਼ ਕਰਨਾ ਸੀ, ਇਹ ਰਿਕਾਰਡਿੰਗ ਵੇਲੇ ਮੈਨੂੰ ਇੱਕ ਬੰਦਾ ਕਹਿੰਦਾ, ਯਾਰ ਤੂੰ ਤਾਂ ਹੋਰ ਹੀ ਗੱਲਾਂ ਕਰੀ ਜਾਂਦਾ, ਕਿ ਤੁਸੀਂ ਇਹੋ ਜਿਹਾ ਰਿਕਾਰਡ ਕਰੋ ਕਿ ਚਾਰ ਤੈਨੂੰ ਖਾੜੇ ਮਿਲ ਜਾਣਗੇ, ਕਹਿੰਦਾ ਤੇਰੀ ਰੋਟੀ ਪੱਕਦੀ ਹੋਵੇ। ਮੈਂ ਕਿਹਾ ਭਾਜੀ, ਹਰ ਗੱਲ ਦੇਖੋ ਪ੍ਰੋਫੈਸ਼ਨਲ ਨਾਲ ਨਹੀਂ ਜੋੜੀ ਜਾ ਸਕਦੀ। ਸਾਡਾ ਇੱਕ ਨੈਤਿਕ ਫਰਜ਼ ਵੀ ਬਣਦਾ ਹੈ ਨਾ। ਅਸੀਂ ਗੁਰੂ ਸਾਹਿਬ, ਅਸੀਂ ਇੱਕ ਡਾਕੀਏ ਹੁੰਦੇ ਹਾਂ, ਪੱਤਰਕਾਰ ਹੋ ਗਏ, ਗਾਇਕ ਹੋ ਗਏ, ਹਨਾ। ਇੱਕ ਡਾਕੀ ਆਪਾਂ ਸੰਦੇਸ਼, ਕਿਸੇ ਦਾ ਸੰਦੇਸ਼ ਕਿੱਥੋਂ ਤੱਕ ਲੈ ਕੇ ਜਾਣਾ। ਦੇਖੋ ਸਮਾਜ ਦੇ ਵਿੱਚ ਜੇ ਚੰਗੀਆਂ ਚੀਜ਼ਾਂ ਪਈਆਂ, ਲਿਖਤਾਂ ਪਈਆਂ, ਐਸੀਆਂ ਲਿਖਤਾਂ ਪਈਆਂ ਵੀ ਤੁਸੀਂ ਉਹਨਾਂ ਨੂੰ ਪੜ੍ਹ ਕੇ ਨਾ ਮਤਲਬ ਬੰਦਾ ਰੋ ਲੈਂਦਾ ਜੀ, ਮਤਲਬ ਰੋਣ ਨਿਕਲ ਜਾਂਦਾ ਬੰਦੇ ਦਾ, ਵੀ ਉਹਨਾਂ ਚੀਜ਼ਾਂ ਨੂੰ ਤੁਸੀਂ ਰਿਕਾਰਡ ਕਰਨ ਦਾ ਮਤਲਬ ਹੌਸਲਾ ਤਾਂ ਕਰੋ। ਕੋਈ ਗੱਲ ਨਹੀਂ, ਘੱਟ ਸੁਣ ਲੈਣਗੇ ਲੋਕ ਤੁਹਾਨੂੰ, ਉਹ ਕੋਈ ਪ੍ਰੋਗਰਾਮ ਨਾ ਦੇ ਸਕੋ, ਪਰ ਤੁਹਾਨੂੰ ਇੱਕ ਜਗ੍ਹਾ ਐਸੀ ਦੇ ਦਿਓ। ਮੇਰਾ ਹੁਣ ਦੁੱਧਾਂ ਨਾਲ ਪੁੱਤ ਪਾਲ ਕੇ ਗੀਤ ਆ ਜੀ, ਉਸ ਗੀਤ ਕਰਕੇ ਗੁਰਵੀਰ ਸਿੱਧੂ ਨੂੰ ਜੇ ਕੋਈ ਜਾਣਦਾ ਉਸ ਗੀਤ ਕਰਕੇ ਜਾਣਾ। ਅੱਜ ਵੀ ਦੇਖ ਲਓ ਤੁਸੀਂ, ਟਰੱਕਾਂ ਬੱਸਾਂ ਦੇ ਉੱਪਰ ਲਿਖਿਆ ਹੋਇਆ ਅਮਰ ਆਓ ਗੀਤ, ਉਸ ਗੀਤ ਨੂੰ ਮੈਨੂੰ 4 ਅਵਾਰਡ ਮਿਲੇ ਹੋਏ ਆ ਜੀ। 4 ਅਵਾਰਡ। ਪਹਿਲਾ ਅਵਾਰਡ ਟੁੱਟ ਬ੍ਰਦਰ ਕੈਲੀਫੋਰਨੀਆ, ਜਿਹਨਾਂ ਦਾ ਗਿਨੀਜ਼ ਬੁੱਕ ਦੇ ਵਿੱਚ ਬਦਾਮ ਦੀ ਫਸਲ ਪੈਦਾ ਕਰਨ ਦੇ ਵਿੱਚ ਨਾਮ, ਉਹ ਵੀਰਾਂ ਨੇ, ਬਹੁਤ ਵੱਡਾ ਨਾਮ। ਉਹਨਾਂ ਨੇ ਮੈਨੂੰ ਇਸ ਗੀਤ ਕਰਕੇ ਮੈਨੂੰ ਅਵਾਰਡ ਦਿੱਤਾ ਜੀ। ਅੱਛਾ ਜੀ। ਪ੍ਰਾਗਪੁਰ ਪਿੰਡ ਉਹਨਾਂ ਨੇ ਬੁਲਾ ਕੇ ਸਪੈਸ਼ਲ ਮੇਲੇ ਦੇ ਉੱਪਰ, ਬਹੁਤ ਵੱਡਾ ਮੇਲਾ ਲੱਗਦਾ, ਉਹ ਆਪਣੇ ਪਰਸਨਲ ਮੇਲਾ ਕਰਾਉਂਦੇ ਆ। ਅੱਛਾ। ਤੇ ਸਾਡੇ ਵੀਰ ਬਾਈ, ਧੰਨਵਾਦ ਕਰਦਾ ਮੈਂ ਬਾਈ ਰਾਜੂ ਧਰਾਣਵਾਲਾ ਜੀ, ਜਿਨ੍ਹਾਂ ਦੀ ਬਦੌਲਤ ਮੈਂ ਉੱਥੇ ਉਹਨਾਂ ਨਾਲ ਮੇਰਾ ਮੇਲ ਹੋਇਆ ਸੀ। ਔਰ ਉਸ ਤੋਂ ਬਾਅਦ ਡਾਕਟਰ ਹੋਮਸ ਅਕੈਡਮੀ ਜੀਦਾ, ਉਹਨਾਂ ਵੱਲੋਂ ਅਨਮੋਲ ਰਤਨ ਅਵਾਰਡ ਦਿੱਤਾ ਗਿਆ ਜੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ। ਹੋਰ ਪਤਾ ਨਹੀਂ ਕਿੰਨੇ ਥਾਵਾਂ ਤੇ ਮਤਲਬ ਉਸ ਗੀਤ ਨੇ ਮੈਨੂੰ ਮਾਣ ਸਨਮਾਨ ਦਿਵਾਇਆ। ਪਰ ਦੇਖੋ, ਜੇ ਮੈਂ ਸੋਚਾਂ ਵੀ ਉਸ ਗੀਤ ਨੂੰ ਮੈਂ ਹੁਣ ਜੇ ਕਿਸੇ ਵਿਆਹ ਦੇ ਪ੍ਰੋਗਰਾਮ ਤੇ ਜਾ ਕੇ ਗਾਵਾਂ, ਮੇਰੇ ਯਾਦ ਆ, ਹੱਸਣ ਵਾਲੀ ਗੱਲ ਹੈ, ਮੈਂ ਇੱਕ ਪ੍ਰੋਗਰਾਮ ਸੀਗਾ ਤੇ ਉਹ ਇੱਕ ਕੋਈ ਸਰੋਤਾ ਸੀ ਵਿੱਚ, ਉਹਨੇ ਨਾ ਮਤਲਬ ਫਰਮਾਇਸ਼ ਕਰਦੇ, ਕਹਿੰਦੇ ਬਾਈ ਮਾਨ ਰੱਖ ਦਿੰਦੇ ਆ। ਹਾਂ, ਕਹਿੰਦੇ ਵੀ ਤੁਸੀਂ ਜੀ ਆ ਦੁੱਧ ਨਾਲ। ਮੈਨੂੰ ਵੀ ਇਹ ਕਨਫਿਊਜ਼, ਮੈਂ ਕਿਹਾ ਯਾਰ ਵਿਆਹ ਦਾ ਪ੍ਰੋਗਰਾਮ ਮੈਂ ਕਿੱਦਾਂ ਚੱਲੇਗਾ। ਚਲੋ ਜੀ, ਮੈਂ ਲਾਤਾ ਗੀਤ। ਉਹ ਕੋਈ ਵਿੱਚੋਂ ਸਰੋਤਾ ਉੱਠਿਆ, ਉਹਨੇ ਆ ਕੇ ਨਾਲੇ ਤਾਂ ਸਾਨੂੰ ਇਨਾਮ ਦੇ ਕੇ, ਨਾਲੇ ਮੇਰੇ ਕੰਨ 'ਚ ਕਹਿੰਦਾ, ਬਾਈ ਜੀ ਇਹੋ ਜਿਹੇ ਗੀਤ ਨੇ ਤੁਹਾਡੇ ਨੱਚਣ ਟੱਪਣ ਵਾਲੇ ਲਾਓ। ਦੇਖੋ ਪ੍ਰੋਫੈਸ਼ਨਲ ਤਾਂ ਨਹੀਂ ਮੈਂ ਕਹਿ ਸਕਦਾ, ਪਰ ਮੈਨੂੰ ਉਹਨੇ ਜਗ੍ਹਾ ਦਿੱਤੀ ਉਸ ਗੀਤ ਨੇ। ਹਰ ਚੀਜ਼ ਨੂੰ ਅਸੀਂ ਪ੍ਰੋਫੈਸ਼ਨਲ ਨਹੀਂ ਜੋੜ ਸਕਦੇ, ਮੈਨੂੰ ਜਗ੍ਹਾ ਦਿੱਤੀ ਹੈ। ਤੁਹਾਡੇ ਆਈਡੀ ਬਣੀ ਉਸ ਗੀਤ ਨਾਲ। ਹਾਂ, ਮੇਰੀ ਪਹਿਚਾਣ ਤਾਂ ਗੁਰਵੀਰ ਸਿੱਧੂ ਦੀ ਜੇ ਅੱਜ ਕੱਲ੍ਹ ਪਹਿਚਾਣ ਆ ਤਾਂ ਉਹ ਗੀਤ ਕਰਕੇ। ਉਸ ਗੀਤ ਨੂੰ ਮੈਂ ਕਿਤੇ ਵੀ ਜਾ ਕੇ ਉਸ ਗੀਤ ਦਾ ਨਾਮ ਲਵਾਂ, ਮੈਨੂੰ ਚਾਹੇ ਕੋਈ ਪਛਾਣੇ ਨਾ ਪਛਾਣੇ। ਕਈ ਵਾਰੀ ਕੁਝ ਜਿੱਥੇ ਨਵੇਂ ਏਰੀਆ ਦੇ ਵਿੱਚ ਨਹੀਂ ਮਤਲਬ ਅਸੀਂ ਵਿਚਰੇ ਜਾਂ ਕੋਈ ਪ੍ਰੋਗਰਾਮ ਕਰਨ ਦਾ ਮੌਕਾ ਨਹੀਂ ਮਿਲਿਆ, ਤਾਂ ਉਸ ਗੀਤ ਨੂੰ ਪਛਾਣ ਲੈਂਦੇ ਲੋਕ, ਅੱਛਾ ਯਾਰ ਬਾਈ ਉਹ ਗੀਤ ਤੁਹਾਡਾ। ਹਾਂ, ਉਸ ਕਰਕੇ ਲੋਕ ਗੱਲ ਬੱਕਰੀ ਪਾਉਂਦੇ ਜੀ, ਪਿਆਰ ਦਿੰਦੇ ਆ। ਇਹੀ ਕਮਾਈ ਹੈ ਸਭ ਤੋਂ ਵੱਡੀ। ਜੇ ਮੈਂ ਸੋਚ ਲੈਂਦਾ ਜੀ ਮੈਨੂੰ ਤਾਂ ਪ੍ਰੋਗਰਾਮ ਤਾਂ ਕੌਣ ਦਿਵਸ ਗੀਤ, ਫਿਰ ਮੈਂ ਹੁਣ ਧੀਆਂ ਤੇ ਗੀਤ ਗਾਇਆ ਸੀਗਾ, ਮੈਂ ਉਹਦੀ ਤੁਹਾਨੂੰ 2 ਲਾਈਨਾਂ ਸੁਣਾਉਂਗਾ। ਧਰਤੀ ਤੇ ਪਹਿਲਾ ਸਾਹ ਆਉਂਦਾ, ਨਾ ਕਿਸੇ ਦੇ ਦਿਲ ਵਿੱਚ ਚਾਅ ਆਉਂਦਾ। ਹਾਏ ਕਿਉਂ ਉਦਾਸੀ ਛਾ ਜਾਂਦੀ, ਕਿਉਂ ਉਦਾਸੀ ਛਾ ਜਾਂਦੀ, ਮੁਖੜੇ ਤੇ ਸਾਰੇ ਜੀਆਂ ਦੇ। ਉਹ ਕਿੱਥੇ ਬਹਿ ਕੇ ਲਿਖਦਾ ਏ ਲੇਖ ਡਾਢਿਆ ਧੀਆਂ ਦੇ। ਦੱਸ ਕਿੱਥੇ ਬਹਿ ਕੇ ਲਿਖਦਾ ਏ ਤੂੰ ਲੇਖ ਡਾਢਿਆ ਧੀਆਂ ਦੇ। ਦੇਖੋ ਮੈਂ, ਮੇਰੀ ਭਾਵਨਾ ਸੀ, ਲਿਖਿਆ ਮੈਂ ਕੰਬਰਾੜ ਗਿਲਜੇ ਵਾਲਾ ਮੇਰੇ ਦੋਸਤ ਦਾ। ਬਟ ਦੇਖੋ ਸਾਨੂੰ ਕਰਨ, ਮੇਰਾ ਦਿਲ ਕੀਤਾ ਕਰਾਂਗੇ ਰਿਕਾਰਡ। ਜੇ ਮੈਂ ਸੋਚਦਾ ਵੀ ਪ੍ਰੋਗਰਾਮ ਤਾਂ ਫਿਰ ਹਰ ਚੀਜ਼ ਪ੍ਰੋਗਰਾਮ ਨਾਲ ਠੀਕ ਹੈ ਵੀ ਕੁਝ ਮਤਲਬ ਕਿ ਜਿਹੜੇ ਦਿਮਾਗੀ ਸਿੰਗਰ ਹੁੰਦੇ ਆ, ਜਿਵੇਂ ਕਹਿ ਲਓ ਵੀ ਹਰੇਕ ਦਾ ਆਪਣਾ ਆਪਣਾ ਮਾਈਂਡ ਹੁੰਦਾ ਜੀ। ਕਈ ਬੰਦੇ ਸਿਰਫ ਤੇ ਸਿਰਫ ਕਮਾਈ ਵੱਲ ਸੋਚਦੇ ਆ। ਵੈਸੇ ਮੈਂ ਤਾਂ ਇਹ ਗੱਲ ਕਹੂੰਗਾ ਕਿ ਵਧੀਆ ਵੀ ਆ ਜੀ,
ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਮੈਂ ਧਾਰਮਿਕ ਗੀਤ ਵੀ ਗਾ ਲਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੈਂ ਉਸ ਸਮਰਪਿਤ ਗੀਤ ਗਾਇਆ, ਨਸ਼ਿਆਂ ਤੇ ਇਹਨਾਂ ਨਸ਼ਿਆਂ ਨੇ ਕਰਤੀ ਤਬਾਹ ਦੁਨੀਆ, ਹਾਂਜੀ ਮਾਵਾਂ ਤੇ ਮੈਂ ਗੀਤ ਰਿਕਾਰਡ ਕਰ ਲਏ ਜੀ ਹਾਂ। ਹਾਂਜੀ। ਪਰ ਸਮਾਜ ਦੇ ਵਿੱਚੋਂ ਦੇਖੋ ਤੁਸੀਂ ਅੱਜ ਵੀ ਸਟਰਗਲ ਕਰ ਰਹੇ ਹੋ ਹਾਂਜੀ ਹਨਾ। ਹਾਂਜੀ। ਹੁਣ ਜੇ ਮੈਂ ਵੀ ਕੋਈ ਦੋ ਹਥਿਆਰਾਂ ਵਾਲੇ ਗਾਏ ਹੁੰਦੇ, ਥੋੜਾ ਜਿਹਾ ਨੰਗੇਜ ਦਿਖਾਇਆ ਹੁੰਦਾ ਤਾਂ ਹੋ ਸਕਦਾ ਵੀ ਬਾਈ ਜੀ ਅੱਜ ਕੁਝ ਹੋਰ ਟਾਈਮ ਹੋਣਾ ਸੀ ਹਨਾ। ਹੁਣ ਸ਼ਾਇਦ ਮੈਨੂੰ ਕਹਿਣਾ ਨਾ ਪੈਂਦਾ ਕਿ ਗੁਰਵੀਰ ਸਿੱਧੂ ਕੌਣ ਹੈ, ਇਹ ਟਾਈਮ ਦੇਖੋ ਪਰ ਨਹੀਂ ਨਹੀਂ, ਤੁਹਾਡੀ ਆਤਮਾ ਨੇ ਮਨਜ਼ੂਰੀ ਨਹੀਂ ਦਿੱਤੀ ਨਾ। ਗੱਲ ਆਤਮਾ ਤੇ ਆ ਕੇ ਰੁਕ ਜਾਂਦੀ ਹੈ ਵੀ ਜੇ ਤੁਹਾਡੀ ਆਤਮਾ ਦੀ ਆਵਾਜ਼ ਹੈ ਨਾ ਤਾਂ ਉਹਨੂੰ ਜ਼ਰੂਰ ਹਾਂਜੀ, ਸੁਣੋ। ਹਾਂਜੀ। ਮੈਂ ਸੁਣੀ ਹੈ ਜੀ, ਬਾਕੀ ਮੈਨੂੰ ਮਾਣ ਆ ਮੇਰੇ ਸਰੋਤਿਆਂ ਤੇ ਕਿ ਚੰਗਾ ਸੁਣਨ ਵਾਲੇ ਕਦੇ ਖਤਮ ਨਹੀਂ ਹੁੰਦੇ। ਹਾਂਜੀ। ਚੰਗਾ ਸੁਣਨ ਵਾਲੇ ਦੇਸ਼ਾਂ ਵਿਦੇਸ਼ਾਂ ਤੋਂ ਮੈਨੂੰ ਹੁਣ ਵੀ ਫੋਨ ਕਾਲਸ ਆਉਂਦੀਆਂ ਨੇ ਕਿ ਬਾਈ ਜੀ ਤੁਹਾਡੇ ਨਾਲ ਆ, ਡਰੋ ਨਾ। ਮਤਲਬ ਦੇਖੋ ਇੱਕ ਹੌਸਲਾ ਹਾਂਜੀ ਵੀ ਮੈਨੂੰ ਕਹਿਣ ਦਾ ਮਤਲਬ ਵੀ ਮੇਰੇ ਨਾਲ, ਹਾਲਾਂਕਿ ਮੈਂ ਕੋਈ ਜੰਗ ਨਹੀਂ ਲੜ ਰਿਹਾ ਵੀ ਮੈਨੂੰ ਹਾਂਜੀ। ਬੰਦੇ, ਪਰ ਮੈਨੂੰ ਇੱਕ ਮੇਰੇ ਸਰੋਤਿਆਂ ਦੀ ਸਪੋਰਟ ਆ ਕਿ ਵੀਰ ਜੀ ਅਸੀਂ ਤੁਹਾਡੇ ਨਾਲ ਵੀ ਪਿਆਰ ਕਰਦੇ ਆ, ਮੈਨੂੰ ਕਹਿਣ ਦਾ ਮਤਲਬ। ਹਾਂਜੀ। ਤੁਹਾਡੇ ਸਹਿਯੋਗੀ ਕਲਾਕਾਰ ਕੌਣ ਨੇ ਤੁਹਾਡੇ ਨਾਲ? ਸਹਿਯੋਗੀ ਕਲਾਕਾਰ ਜੀ, ਮੈਂ ਸਭ ਤੋਂ ਪਹਿਲਾਂ ਮੈਂ ਮੰਨ ਕੇ ਚੱਲੋ ਵੀ ਸਟੇਜ ਸੈਕਟਰੀ ਵੀ ਕਰਦਾ ਰਿਹਾ ਜੀ। ਮੇਰੀ ਵੱਡੀ ਭੈਣ ਜੀ ਰਾਖੀ ਗੁੰਦਲ ਜੀ, ਮੇਰੇ ਸਤਿਕਾਰਯੋਗ ਭੈਣ ਜੀ, ਮੈਂ ਉਸਤਾਦਾਂ ਵਰਗੀ ਮੇਰੀ ਭੈਣ, ਬੜਾ ਕੁਝ ਸਿੱਖਿਆ ਮੈਂ ਉਹਨਾਂ ਤੋਂ, ਸਿੱਖ ਵੀ ਰਿਹਾ। ਕੋਈ ਗੱਲ ਅਸੀਂ ਡਿਸਕਸ ਵੀ ਕਰਦੇ ਰਹਿੰਦੇ ਆ, ਮੈਨੂੰ ਗਾਈਡ ਕਰਦੇ ਰਹਿੰਦੇ ਸਮੇਂ ਸਮੇਂ ਤੇ। ਹਾਂਜੀ। ਔਰ ਡਿਊਟ ਵੀ ਇੱਕ ਟੇਪ ਉਹਨਾਂ ਨਾਲ ਮੈਂ ਕੀਤੀ ਹੈ। ਔਰ ਸੁਰੇਸ਼ ਕੁਮਾਰੀ ਜੀ ਨਾਲ ਗਾਇਆ ਜੀ ਮੈਂ, ਸਤਿਕਾਰਯੋਗ, ਉਹ ਵੀ ਬਹੁਤ ਸਟਾਰ ਸਿੰਗਰ ਨੇ ਔਰ ਮੈਨੂੰ ਬੱਚਿਆਂ ਤਰ੍ਹਾਂ ਪਿਆਰ ਕਰਦੇ ਨੇ। ਮੇਰਾ ਇਹ ਖੂਬ ਮੇਰੇ ਚ ਖੁਸ਼ਕਿਸਮਤੀ ਹੈ ਕਿ ਮੈਨੂੰ ਪਿਆਰ ਕਰਦੇ ਨੇ। ਹਾਂਜੀ। ਔਰ ਸੁਮਨ ਪੱਟੀ ਜੀ, ਔਰ ਮਤਲਬ ਕਿ ਨਵੀਆਂ ਕੁਛ ਇੱਕ ਦੋ ਕੁੜੀਆਂ ਨਵੀਆਂ ਨਾਲ ਵੀ ਮਤਲਬ ਟੇਪਾਂ ਆਈਆਂ ਮੇਰੀਆਂ, ਸੋਲੋ ਵੀ ਆਈਆਂ। ਮੈਂ ਧਾਰਮਿਕ ਵੀ, ਭੇਟਾ ਦੇ ਵੀ ਮੈਂ ਪ੍ਰੋਜੈਕਟ ਕੀਤੇ ਜੀ, ਦੋ ਮਾਤਾ ਦੇ ਭੇਟਾ ਦੇ ਪ੍ਰੋਜੈਕਟ ਵੀ ਕੀਤੇ ਆ। ਮਤਲਬ ਮਿਕਸ ਸਾਰਾ ਕੁਝ ਚੱਲਦਾ ਰਿਹਾ। ਹਾਂਜੀ। ਹਾਂਜੀ। ਔਰ ਸਹਿਯੋਗ ਦੀ ਗੱਲ ਕਰੀਏ ਤਾਂ ਸਹਿਯੋਗ ਇਹ ਹੈ ਵੀ ਮੇਰੇ ਦੋਸਤਾਂ ਮਿੱਤਰਾਂ ਦਾ ਸਹਿਯੋਗ ਬਹੁਤ ਰਿਹਾ ਜੀ। ਮੇਰੇ ਦੋਸਤਾਂ ਦੇ ਵਿੱਚੋਂ ਜਿਵੇਂ ਸਟਾਰਟਿੰਗ ਦੇ ਬਿੰਦਰ ਢਿੱਲੋਂ ਜੀ, ਮੈਂ ਕਹਿੰਦਾ ਜੀ ਕੇਸਰੀ ਸਿੰਘਪੁਰ ਤੋਂ, ਉਹਨਾਂ ਨੇ ਮੈਨੂੰ ਬੱਚਿਆਂ ਤਰ੍ਹਾਂ ਮੇਰੀ ਸਪੋਰਟ ਕੀਤੀ। ਮੈਨੂੰ ਹਮੇਸ਼ਾ ਉਹਨਾਂ ਨੇ ਚੰਗਾ ਮਤਲਬ ਕਰਨ ਲਈ ਇਹੀ ਕਿਹਾ ਕਿ ਤੁਸੀਂ ਵਧੀਆ ਕਰੋ ਜੋ ਸਮਾਜ ਦੇ ਵਿੱਚ ਪੈਰ ਲੱਗਣ, ਜਿਸ ਕਰਕੇ। ਤੇ ਬਾਈ ਮਨਦੀਪ ਔਲਖ, ਬਾਈ ਜਸਵਿੰਦਰ ਬਰਾੜ, ਜਸਵਿੰਦਰ ਮਲੋਟ, ਹਾਂਜੀ। ਔਰ ਦੋਸਤ ਮੇਰੇ ਹੋਰ ਬਹੁਤ ਮਿੱਤਰ ਨੇ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਜੀ। ਰਾਜੂ ਨਾਗਪਾਲ ਜੀ ਮੇਰੇ ਵੀਰ ਨੇ, ਅੱਜ ਵੀ ਸਾਡੇ ਨਾਲ ਖੜੇ ਨੇ। ਔਰ ਹੋਰ ਬੜੇ ਬਹੁਤ ਮਿੱਤਰ ਹੈ ਜੀ ਜਿਨ੍ਹਾਂ ਦਾ ਮੈਂ ਸਾਰਿਆਂ ਦਾ ਅਗਰ ਨਾਮ ਲਵਾਂ ਤਾਂ ਬਹੁਤ ਲੰਬੀ ਲਿਸਟ ਆ। ਮੈਂ ਯਾਰਾਂ ਦੋਸਤਾਂ ਦੇ ਸਹਿਯੋਗ ਕਰਕੇ ਜੋ ਕੁਝ ਕੀਤਾ ਹੁਣ ਤੱਕ ਕੀਤਾ ਤੇ ਕਰ ਵੀ ਰਿਹਾ, ਉਹਨਾਂ ਦੇ ਸਹਿਯੋਗ ਕਰਕੇ ਕਰ ਰਿਹਾ ਜੀ। ਕੁਲਵੀਰ ਕੋਟ ਭਾਈ ਬਹੁਤ ਅੱਛੇ ਰਾਈਟਰ ਨੇ ਔਰ ਉਹ ਮਤਲਬ ਹਮੇਸ਼ਾ ਮੇਰੇ ਨਾਲ ਹੁੰਦੇ ਨੇ। ਕੋਈ ਕੰਮ ਅਸੀਂ ਕਿੱਥੇ ਜਾਣਾ ਇਕੱਠੇ ਜਾਣਾ, ਮੇਰੇ ਉਹ ਆਪਣੇ ਨਿੱਜੀ ਕੰਮ ਨੂੰ ਵੀ ਛੱਡ ਕੇ ਮੇਰੇ ਨਾਲ ਤੁਰਦੇ ਨੇ। ਸੋ ਮੈਂ ਧੰਨਵਾਦ ਆ ਮੇਰੇ ਦੋਸਤਾਂ ਮਿੱਤਰਾਂ ਦਾ, ਬਹੁਤ ਮੈਂ ਥੈਂਕਸਫੁਲ ਆ ਜੀ। ਦੁੱਧਾਂ ਨਾਲ ਪੁੱਤ ਪਾਲ ਕੇ ਇਹ ਲੱਗੀ ਤੁਹਾਡਾ ਬੜਾ ਪਪੂਲਰ ਹੋਇਆ ਸੀ, ਇਹ ਜੀ। ਦੋ ਬੋਲ ਦਰਸ਼ਕਾਂ ਨਾਲ ਸਾਂਝੇ ਕਰੋ। ਜੀ ਜੀ ਬਿਲਕੁਲ। ਹੋ ਕੈਸਾ ਚੰਦਰਾ ਏ ਸਮਾਂ ਲੋਕੋ ਆ ਗਿਆ, ਲਹੂ ਆਪਣਾ ਹੀ ਰੰਗ ਕਿਉਂ ਵਟਾ ਗਿਆ। ਹੋ ਕੈਸਾ ਚੰਦਰਾ ਏ ਸਮਾਂ ਲੋਕੋ ਆ ਗਿਆ, ਲਹੂ ਆਪਣਾ ਹੀ ਰੰਗ ਕਿਉਂ ਵਟਾ ਗਿਆ। ਓਏ ਅੱਖਾਂ ਭਰੀਆਂ ਭਰੀਆਂ, ਅੱਖਾਂ ਭਰੀਆਂ ਦੇ ਦੁੱਖੜੇ ਸੁਣਾਵਾਂ, ਉਹ ਦੁੱਧਾਂ ਨਾਲ ਪੁੱਤ ਪਾਲ ਕੇ। ਵੇਖੋ ਪਾਣੀ ਨੂੰ ਤਰਸਦੀਆਂ ਮਾਵਾਂ, ਦੁੱਧਾਂ ਨਾਲ ਪੁੱਤ ਪਾਲ ਕੇ। ਅੱਜ ਪਾਣੀ ਨੂੰ ਤਰਸਦੀਆਂ ਮਾਵਾਂ, ਉਹ ਦੁੱਧਾਂ ਨਾਲ ਪੁੱਤ ਪਾਲ ਕੇ। ਤੁਸੀਂ ਸਟਰਗਲ ਦੀ ਗੱਲ ਕੀਤੀ ਹੈ। ਜਦੋਂ ਤੁਸੀਂ ਇਸ ਗਾਇਕੀ ਦੇ ਵਿੱਚ ਆਏ, ਜੀ ਜੀ, ਇਸ ਫੀਲਡ ਦੇ ਵਿੱਚ ਆਏ, ਤਾਂ ਸਭ ਤੋਂ ਪਹਿਲਾਂ ਤੁਹਾਡਾ ਸਟਰਗਲ ਕਿੱਥੋਂ ਸ਼ੁਰੂ ਹੋਇਆ? ਸਭ ਤੋਂ ਪਹਿਲਾਂ ਜੀ ਮੈਂ ਟਿਊਸ਼ਨ ਫੀਸ ਕੱਢਣੀ ਮੇਰੇ ਲਈ ਵੱਡੀ ਗੱਲ ਸੀ। ਜਦੋਂ ਮੈਂ ਮੇਰੇ ਸਰ ਵਿਨੋਦ ਖਰਾਣਾ ਜੀ ਕੋਲੇ, ਦੇਖੋ ਅੱਜ ਉਹ 3000 4000 ਰੁਪਇਆ ਮੰਥਲੀ ਲੈ ਰਹੇ ਨੇ, ਉਦੋਂ ਮੈਂ ਉਹਨਾਂ ਨੂੰ 300 ਰੁਪਇਆ ਦੇਣਾ ਹੁੰਦਾ ਸੀ। 300 ਰੁਪਇਆ ਮੈਨੂੰ ਕੱਢਣ ਖਾਤਰ ਮੈਂ ਤੁਹਾਨੂੰ ਸਹੀ ਦੱਸਾਂ ਵੀ ਮੈਂ ਗੁਰੂ ਘਰ ਦੇ ਵਿੱਚ ਪਾਠੀ ਦਾ ਵੀ ਮਤਲਬ ਪਾਠ ਵੀ ਕਰਦਾ ਰਿਹਾ ਜੀ। ਗੁਰੂ ਘਰ ਦੇ ਜਿਹੜੇ ਸਾਡੇ ਗੁਰੂ ਘਰ ਦੇ ਵਿੱਚ ਅੱਜ ਵੀ ਬਾਬਾ ਜੀ ਨੇ, ਬਲਦੇਵ ਸਿੰਘ ਜੀ, ਔਰ ਉਹਨਾਂ ਨੇ ਮੈਂ ਨਾਲ ਲੈ ਕੇ ਜਾਣਾ। ਉਹਨਾਂ ਨੇ ਕਿਤੇ ਅਖੰਡ ਪਾਠ ਹੋਣਾ, ਮੈਨੂੰ ਲੈ ਕੇ ਜਾਣਾ ਨਾਲ ਉਹਨਾਂ ਨੇ। ਔਰ ਬੜੀ ਵਧੀਆ ਲੱਗਣਾ ਜਦੋਂ ਮੇਰੀ ਉਹਨਾਂ ਨੇ ਸਪੀਕਰ ਦੇ ਵਿੱਚ ਰੌਲ ਮੇਰੀ ਰੱਖਣੀ, ਜਿਵੇਂ ਕਬੀਰ ਸਾਹਿਬ ਦੇ ਸ਼ਲੋਕ, ਫਰੀਦ ਸਾਹਿਬ ਦੇ ਸ਼ਲੋਕ ਆਉਂਦੇ ਸੁਬਾਹ ਨਾ ਜੀ, ਜਾਂ ਸ਼ਾਮ ਨੂੰ ਸਪੀਕਰ ਦੇ ਵਿੱਚ ਉਹ ਕਹਿੰਦੇ ਵੀ ਤੂੰ ਮਤਲਬ ਬਾਣੀ ਪੜ੍ਹਨੀ ਹੈ। ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਗਲੇ ਦੇ ਵਿੱਚ ਪਹਿਲੇ ਦਿਨੋਂ ਹੀ ਮਤਲਬ ਕਿ ਇਹ ਗੋਡ ਗਿਫਟ ਦੀ ਮੈਂ ਕਹਿ ਸਕਦਾ ਰਸਮ, ਇਹਨੇ ਕੋਈ ਰਾਗਦਾਰੀ ਨਹੀਂ। ਮੈਨੂੰ ਮੇਰੇ ਉਸਤਾਦ ਜੀ ਨੇ ਕਿਹਾ ਸੀ ਵੀ ਤੂੰ ਗੋਡ ਗਿਫਟ ਦੀ ਹੈ, ਵੀ ਜ਼ਿਆਦਾ ਰਾਗਾਂ 'ਚ ਨਹੀਂ ਪੈਣਾ। ਮੈਨੂੰ ਕੁਛ ਰਾਗ ਉਹਨਾਂ ਨੇ ਕਰਵਾਏ ਤੇ ਕੁਛ ਮੈਨੂੰ ਜੋ ਜ਼ਰੂਰੀ ਸੀ ਮੈਨੂੰ ਉਹ ਸਿਖਾਇਆ ਉਹਨਾਂ ਨੇ। ਸੋ ਮੈਂ ਉਹ 300 ਰੁਪਏ ਖਾਤਰ ਫਿਰ ਮੈਂ ਗੁਰਦੁਆਰਾ ਸਾਹਿਬ 'ਚ ਜਿਵੇਂ ਪਾਠ ਕਰਨੇ ਆ, ਉਦੋਂ ਮੈਨੂੰ 150 ਰੁਪਏ ਮਿਲਦਾ ਹੁੰਦਾ ਸੀ ਜੀ। ਔਰ ਉਹ 150 ਰੁਪਏ ਜੇਬ 'ਚ ਪਾ ਕੇ ਲੱਗਦਾ ਹੁੰਦਾ ਸੀਗਾ ਵੀ ਪਤਾ ਨਹੀਂ ਕੀ ਖਰੀਦ ਲਾਂਗੇ। ਪੈਸੇ ਖਰਚ ਹੀ ਨਹੀਂ ਹੁੰਦੇ ਸੀਗੇ ਜੀ, ਕਿਉਂਕਿ ਮਹਿੰਗਾਈ ਹੀ ਨਹੀਂ ਸੀ। ਤੇ ਹੁਣ ਤੁਸੀਂ 150 ਰੁਪਏ ਨਾਲ ਤੁਹਾਨੂੰ ਇਹ ਨਹੀਂ ਪਤਾ ਵੀ ਪਿੰਡੋਂ ਅਪ ਡਾਊਨ ਨਹੀਂ ਹੁੰਦਾ ਜੀ, ਹਨਾ। ਵੀ ਉਹ 300 ਰੁਪਇਆ ਮੈਂ ਬੜਾ ਔਖਾ ਕਮਾਉਣਾ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਚਲੋ ਦਿਨ ਮਤਲਬ ਜਿਵੇਂ ਅੱਗੇ ਅੱਗੇ ਸਮਾਂ ਲੰਘਦਾ ਗਿਆ, ਫਿਰ ਮੈਂ ਸਟੇਜ ਸੈਕਟਰੀ, ਮੈਨੂੰ 600 ਰੁਪਇਆ ਮਿਲਣ ਲੱਗ ਗਿਆ ਜੀ।
ਰਾਜਾ ਸਿੱਧੂ ਮੇਰੇ ਵੀਰ, ਉਹਨਾਂ ਨਾਲ ਮੈਂ ਸਟੇਜ ਸੈਕਟਰੀ ਕਰਦਾ ਰਿਹਾ ਜੀ ਮੈਂ। ਔਰ ਮੇਰੀ ਜਿਹੜੀ ਖੁਸ਼ ਨਸੀਬੀ ਹੈ, ਮੈਂ ਸ਼ੁਕਰ ਕਰਦਾ ਕਿ ਬਰਕਤ ਸਿੱਧੂ ਜੀ ਨਾਲ ਵੀ ਮੈਨੂੰ ਬੈਕ ਤੇ ਜਾਣ ਦਾ ਥੋੜਾ ਟਾਈਮ ਮੈਨੂੰ ਸੁਭਾਗ ਪ੍ਰਾਪਤ ਹੋਇਆ। ਉਹਨਾਂ ਨਾਲ ਬੜਾ ਮਤਲਬ ਉਹਦਾ ਰੱਬ ਲੋਕ ਸੀ, ਉਹਨਾਂ ਨੇ ਪਤਾ ਨਹੀਂ ਕੀ ਕੁਛ ਕਿੰਨੇ ਕਿ ਸਿੰਗਰ ਪੈਦਾ ਹੋਏ ਉਹਨਾਂ ਨੂੰ ਸੁਣ ਕੇ। ਸੋ ਇਦਾਂ ਚੱਲਦਾ ਅੱਗੇ ਫਿਰ ਅੱਜ ਹੋਰ ਕੱਲ ਹੋਰ ਫਿਰ ਮਤਲਬ ਕਿ ਪਤਾ ਨਹੀਂ ਲੱਗਿਆ ਫਿਰ ਕਿਵੇਂ ਆਪਣੇ ਆਪ ਹੀ ਚੱਲਦਾ ਰਿਹਾ ਕੰਮ ਜੀ। ਸਟੇਜ ਸੈਕਟਰੀ ਦਾ ਕੰਮ ਮਿਲਣ ਲੱਗ ਗਿਆ। ਸੋ ਬੈਕ ਤੇ ਜਾਣਾ ਮਤਲਬ ਸਿੰਗਰਾਂ ਨਾਲ ਪੈਸੇ ਵੀ ਚੁੱਕੇ ਆ ਜੀ ਪੈਰਾਂ ਦੇ ਵਿੱਚੋਂ, ਬੜੇ ਮਤਲਬ ਸਟਰਗਲ ਕੀਤੀ। ਜਿਹੜੀ ਤੁਹਾਡੀ ਪਹਿਲੀ ਟੇਪ ਸੀ ਜੀ, ਉਦੋਂ ਸਟਰਗਲ ਤੁਹਾਨੂੰ ਬਹੁਤ ਕਰਨਾ ਪਿਆ ਹੋਊਗਾ। ਜਦੋਂ ਪਹਿਲੀ ਟੇਪ ਤੁਸੀਂ ਰਿਲੀਜ਼ ਕੀਤੀ ਜੀ, ਕਿਹੜੀ ਟੇਪ ਸੀ ਉਹ ਤੇ ਕਿਸ ਤਰ੍ਹਾਂ ਤੋਂ ਉਹਨਾਂ ਦਾ ਵਾਕਿਆ ਸਾਂਝਾ ਕਰੋ, ਕਿਉਂਕਿ ਉਦੋਂ ਦਾ ਸਮਾਂ ਵੀ ਇਹਨਾਂ ਸੋਸ਼ਲ ਮੀਡੀਆ ਤੇ ਨਹੀਂ ਸੀ ਹੁੰਦਾ। ਮੇਰੀ 2005 ਦੇ ਵਿੱਚ ਜੀ ਸਪਨੀ ਟੇਪ ਜਦੋਂ ਰਿਲੀਜ਼ ਹੋਈ ਹੈ, ਮੇਰੇ ਯਾਦ ਆ ਜੀ ਅਸੀਂ ਮੋਟਰਸਾਈਕਲ ਤੇ ਲੇਵੀ ਦੀ ਪੀਪੀ ਬੰਨ੍ਹ ਕੇ ਔਰ ਅਸੀਂ ਆਪ ਦੀ ਕੈਸਟ ਦੇ ਪੋਸਟਰ ਰਾਤਾਂ ਨੂੰ ਸਾਰੀ ਰਾਤ ਪੋਸਟਰ ਲਾਉਣੇ। ਮਤਲਬ ਕਦੇ ਹਰਿਆਣੇ ਵਾਲੇ ਪਾਸੇ ਚਲੇ ਗਏ, ਫਿਰ ਪੰਜਾਬ ਜੀ, ਮਤਲਬ ਕਿ ਇੱਕ ਸ਼ਹਿਰ ਇੱਕ ਰਾਤ ਨੂੰ ਵੱਧ ਤੋਂ ਵੱਧ 4-5 ਸ਼ਹਿਰਾਂ ਦੇ ਵਿੱਚ ਪੋਸਟਰ ਲੱਗਦੇ ਸੀ। ਭਲੇ ਸੈਮ ਟਾਈਮ ਸੀਗਾ ਜੀ ਉਦੋਂ, ਸਾਰੀ ਰਾਤ ਮੋਟਰਸਾਈਕਲ ਤੇ ਤੁਰੇ ਫਿਰਦੇ ਸੀ। ਹੁਣ ਤਾਂ ਲੁੱਟ ਮੈਂ ਇੰਨੀ ਬੁਰਾ ਹਾਲ ਹੈ ਜੀ, ਮੋਟਰਸਾਈਕਲ ਦੇ ਘਰ ਜਾਣ ਨੂੰ ਡਰ ਲੱਗਦਾ, ਆਪਾਂ ਹਾਲਾਤ ਦੇਖਦੇ ਆ ਲੋਕਾਂ ਦੇ ਨਾ। ਤੇ ਮਤਲਬ ਉਹ ਟਾਈਮ ਸੀਗਾ ਜੀ, ਬਹੁਤ ਸਟਰਗਲ ਕੀਤੀ, ਦਿਨ ਰਾਤ ਭੱਜ ਨੱਠ ਕੀਤੀ। ਘਰੋਂ ਪੈਸੇ ਵੀ ਕਈ ਵਾਰੀ ਮੰਗਿਆ ਨਹੀਂ ਵੀ ਮਿਲਦੇ ਸੀ, ਨਹੀਂ ਹੁੰਦੇ ਸੀ ਜੀ, ਕਿਉਂਕਿ ਮੈਂ ਗਰੀਬੀ ਬਹੁਤ ਦੇਖੀ ਹੈ। ਮੈਂ ਇੱਕ ਜ਼ਿਮੀਂਦਾਰਾਂ ਦਾ ਮੁੰਡਾ ਹੋਣ ਦੇ ਨਾਲ ਮੇਰੇ 6 ਸਾਲ ਦੀ ਉਮਰ ਦੇ ਵਿੱਚ ਜਦੋਂ ਮੇਰੇ ਫਾਦਰ ਸਾਹਿਬ ਇਸ ਦੁਨੀਆ ਤੇ ਨਹੀਂ ਰਹੇ ਤਾਂ ਉਦੋਂ ਬਾਅਦ ਮੈਂ ਬੜੇ ਮਾੜੇ ਹਾਲਾਤ ਹੰਡਾਏ। ਮਤਲਬ ਮੈਂ ਜੇ ਕਹਿ ਲਾਂ ਵੀ ਜਿਵੇਂ ਕਹਿ ਲਓ, ਮੈਂ ਆਪਦੇ ਰਿਸ਼ਤੇਦਾਰਾਂ ਦੇ ਲਾਹੇ ਹੋਏ ਬੂਟ, ਲਾਈਆਂ ਹੋਈਆਂ ਪੈਂਟਾਂ ਛੋਟੀਆਂ ਕਰ ਪਾਉਂਦਾ ਰਿਹਾ। ਮੈਂ ਯਾਦ ਕਰ ਲਾਂ ਤਾਂ ਮੇਰਾ ਮਤਲਬ ਦੱਸ ਨਹੀਂ ਹੁੰਦਾ ਉਹ ਚੀਜ਼ਾਂ, ਬਟ ਸ਼ੁਕਰ ਹੈ ਪਰਮਾਤਮਾ ਦਾ ਵੀ ਉਸ ਟਾਈਮ ਚੋਂ ਨਿਕਲ ਕੇ ਅੱਜ ਬਹੁਤ ਸੁੱਖ ਹੈ। ਅੱਜ ਵਾਹਿਗੁਰੂ ਨੇ ਸਾਰਾ ਕੁਝ ਦਿੱਤਾ ਜੀ, ਦੇਖੋ ਕੋਈ ਕਮੀ ਨਹੀਂ ਰੱਖੀ ਪਰਮਾਤਮਾ ਨੇ। ਕਾਰੋਬਾਰ ਦੇ ਨਾਲ ਵਾਹਿਗੁਰੂ ਨੇ, ਪਰਿਵਾਰ ਦੇ ਵਿੱਚ ਮੇਰੀ ਮਾਂ ਮੇਰੀ ਹਮੇਸ਼ਾ ਮੇਰੇ ਨਾਲ, ਅੱਜ ਵੀ ਮੈਂ ਜਦੋਂ ਕੋਈ ਕੰਮ ਕਰਦਾ ਤਾਂ ਮੇਰੀ ਮਾਂ ਤੋਂ ਮੈਂ ਆਸ਼ੀਰਵਾਦ ਲੈ ਕੇ ਜਾਂਦਾ। ਮੇਰੀ ਮਾਂ ਨੇ ਅੱਜ ਵੀ ਮੈਨੂੰ ਆਸ਼ੀਰਵਾਦ ਦਿੱਤਾ। ਬੜੇ ਛੋਟੇ ਜਿਹੇ ਘਰ ਚ ਉੱਠ ਕੇ ਬੜਾ ਸੋਹਣਾ ਪਰਮਾਤਮਾ ਦੀ ਕਿਰਪਾ ਨਾਲ ਮਤਲਬ ਘਰ-ਬਾਰ ਵੀ ਬਣ ਗਿਆ, ਬੱਚੇ ਵੀ ਪਰਮਾਤਮਾ ਨੇ ਦਿੱਤੇ, ਇੱਕ ਮੇਰਾ ਬੇਟਾ ਇੱਕ ਬੇਟੀ ਹੈ। ਔਰ ਮੇਰੀ ਵਾਈਫ ਉਹ ਹਮੇਸ਼ਾ ਹੀ ਮੈਨੂੰ ਉਹਨੇ ਮਤਲਬ ਕਿ ਹੌਸਲਾ ਦਿੱਤਾ। ਕਈ ਵਾਰੀ ਹੁੰਦਾ ਦੇਖੋ, ਆਰਟਿਸਟ ਬੰਦੇ ਦੀ ਲਾਈਫ ਦੇ ਵਿੱਚ ਸਭ ਤੋਂ ਵੱਡਾ ਰੋਲ ਮਾਂ ਤੋਂ ਬਾਅਦ ਜੇ ਸੈਕੰਡ ਮਾਂ ਹੁੰਦੀ ਹੈ ਤਾਂ ਵਾਈਫ ਹੁੰਦੀ ਹੈ। ਸੈਕੰਡ ਮਾਂ ਦਾ ਰੋਲ ਇੱਕ ਵਾਈਫ ਅਦਾ ਕਰਦੀ ਹੈ। ਔਰ ਮੈਂ ਪਰਿਵਾਰ ਵੱਲੋਂ ਤਾਂ ਮੈਂ ਸ਼ੁਕਰ ਕਰਦਾ ਕਿ ਇਹ ਸੱਚੇ ਪਾਤਸ਼ਾਹ ਮੈਨੂੰ 7 ਜਨਮਾਂ 'ਚ ਮੈਨੂੰ ਹਰ ਵਾਰ ਇਹੀ ਫੈਮਿਲੀ ਮਿਲੇ, ਇਹੀ ਮੇਰੀ ਮਾਂ, ਇਹੀ ਮੇਰੀ ਵਾਈਫ ਔਰ ਮੇਰਾ ਬ੍ਰਦਰ ਆ, ਉਹਦੀ ਵੀ ਹਮੇਸ਼ਾ ਸਪੋਰਟ ਰਹੀ ਹੈ ਮੇਰੇ ਨਾਲ। ਮਤਲਬ ਮੈਂ ਪਰਿਵਾਰ ਪੱਖੋਂ ਮੇਰੇ ਸਾਰੇ ਖਾਨਦਾਨ ਦੀ ਸਪੋਰਟ ਹੈ, ਮੇਰੇ ਪਿੰਡ ਦੀ ਸਪੋਰਟ ਹੈ। ਪਿੰਡ ਕੰਗਣ ਖੇੜਾ ਇੰਨਾ ਕੁ ਪਿਆਰ ਕਰਦਾ, ਦੇਖ ਲਓ ਵੀ ਉਹਨਾਂ ਨੂੰ ਅੱਜ ਵੀ ਚਾਹ ਹੁੰਦਾ। ਨਹੀਂ ਤਾਂ ਹੁਣ ਅੱਜ ਦੇ ਦੌਰ ਦੇ ਵਿੱਚ ਕਿੱਥੇ ਟਾਈਮ ਹੁੰਦਾ ਜੀ। ਜਦੋਂ ਕੋਈ ਮੈਂ ਕੰਮ ਕਰਦਾ ਸਾਰੇ ਪਿੰਡ ਵਾਲੇ ਮੁੰਡੇ, ਨਵੀਂ ਜਨਰੇਸ਼ਨ ਬੜੇ ਮਤਲਬ ਚਾਅ ਮਨਾਉਂਦੇ ਕਿ ਯਾਰ ਸਾਡੇ ਪਿੰਡ ਦਾ ਬੰਦਾ ਹੈ, ਸਾਡੇ ਪਿੰਡ ਦਾ ਕਿਸੇ ਦਾ ਚਾਚਾ ਲੱਗਦਾ ਜੀ, ਕਿਸੇ ਦਾ ਭਰਾ ਲੱਗਦਾ ਹੈ। ਤੇ ਮਤਲਬ ਸਾਡਾ ਪਿੰਡ ਇੱਕ ਸਭ ਤੋਂ ਵੱਡੀ ਗੱਲ ਆ ਵੀ ਨਸ਼ਿਆਂ ਚੋਂ ਪਰਮਾਤਮਾ ਦੀ ਅੱਜ ਦੀ ਕਿਰਪਾ। ਮੈਂ ਕਹਿੰਦਾ ਵੀ ਸਾਡੇ ਪਿੰਡ 'ਚ ਤੁਸੀਂ ਜੇ DNA ਟੈਸਟ ਵੀ ਕਰਾ ਲਓਗੇ, ਸਾਡੇ ਗੰਦੇ ਜਿਹੜੇ ਅੱਜ ਕੱਲ੍ਹ ਦੇ ਭੈੜੇ ਨਸ਼ਿਆਂ ਤੋਂ ਬੜੇ ਬਚੇ ਨੇ। ਠੀਕ ਹੈ, ਦਾਰੂ ਪੈ ਕਿਸੇ ਦੇ ਚੱਲਦੇ ਰਹਿੰਦੇ ਮਤਲਬ ਮੈਂ ਇਹੋ ਜਿਹੇ ਮਾਹੌਲ 'ਚ ਉੱਠ ਕੇ ਚੱਲਿਆ ਹੋਇਆ ਤੇ ਅੱਜ ਵੀ ਮੈਂ ਉਸ ਮਾਹੌਲ ਨਾਲ ਜੁੜਿਆ ਹੋਇਆ। ਤੇ ਬੜੀ ਮਤਲਬ ਸਟਰਗਲ ਕੀਤੀ ਹੈ ਜੀ, ਪਰ ਸ਼ਿਕਵਾ ਕੋਈ ਨਹੀਂ ਹੈ ਜੀ। ਕਿਸਮਤ ਤੇ ਸਭ ਮੈਂ ਤਾਂ ਸ਼ੁਕਰ ਕਰਦਾ ਕਿ ਸਾਰੇ ਪਾਸੋਂ ਸਪੋਰਟ ਆ ਜੀ। ਮੇਰੇ ਮਤਲਬ ਕਿ ਮੇਰੇ ਇਨ-ਲਾਜ਼ ਫੈਮਿਲੀ ਵੱਲੋਂ ਮੇਰੇ ਫਾਦਰ ਸਾਹਿਬ ਉਹ ਵੀ ਮੈਨੂੰ ਮਤਲਬ ਪੂਰਾ ਮਤਲਬ ਸਪੋਰਟ ਕਰਦੇ ਕਿ ਬੇਟਾ ਨਹੀਂ ਤੂੰ ਕੰਮ ਜੋ ਕਰਨਾ, ਕਾਰੋਬਾਰ ਕਰਨਾ ਕਰੋ, ਬਟ ਕਹਿੰਦਾ ਤੂੰ ਸਿੰਗਿੰਗ ਹੈ ਜਿਹੜੀ ਤੇਰੀ ਉਹ ਮਤਲਬ ਕਿ ਦੁਨੀਆ ਦੇਖੂਗੀ ਵੀ ਤੁਹਾਡੇ ਜਿਹੋ ਜਿਹਾ ਆਰਟ ਦਿੱਤਾ ਪਰਮਾਤਮਾ ਨੇ ਵੀ ਤੁਸੀਂ ਕੰਟੀਨਿਊਸ ਰੱਖੋ। ਸੋ ਹੁਣ ਥੋੜਾ ਜਿਹਾ ਲਾਕਡਾਊਨ ਤੋਂ ਬਾਅਦ ਕੰਟੀਨਿਊਸ ਆ ਜੀ। ਅੱਗੇ ਆਪਾਂ ਹੁਣ ਵਿਆਹ ਤੇ ਗੀਤ ਕੀਤਾ ਹੋਇਆ ਤੇ ਆਪਾਂ ਭੰਗੜੇ ਪਾਵਾਂਗੇ ਸਾਰੇ ਰਲ ਮਿਲ ਕੇ। ਖੁਸ਼ ਹਾਂ ਫੈਮਿਲੀ ਤੋਂ? ਹਾਂ ਬਿਲਕੁਲ ਖੁਸ਼ ਹਾਂ ਜੀ। ਮੈਂ ਦੇਖੋ ਬਿਲਕੁਲ ਸੰਤੁਸ਼ਟ ਹਾਂ ਮੈਂ ਘਰ ਪੱਖੋਂ, ਆਪਦੇ ਪਰਿਵਾਰ ਪੱਖੋਂ ਔਰ ਦੋਸਤਾਂ ਮਿੱਤਰਾਂ ਦੇ ਸਹਿਯੋਗ ਪੱਖੋਂ, ਜਿਵੇਂ ਤੁਹਾਡੇ ਵਰਗੇ ਮਿੱਤਰਾਂ ਦਾ ਸਹਿਯੋਗ ਹੈ। ਇਹ ਖੁਸ਼ਕਿਸਮਤੀ ਹੈ ਜੀ। ਵੱਡੀ ਗੱਲ ਮੈਂ ਆਪਦੀ ਇੱਕ ਛੋਟੀ ਜੀ, ਇਹਨੂੰ ਮੈਂ ਬੜਿਆਈ ਨਹੀਂ ਕਰਦਾ ਵੀ ਮੈਂ ਦਾਰੂ, ਆਂਡਾ, ਮੀਟ ਇਹਨਾਂ ਚੀਜ਼ਾਂ ਤੋਂ ਰਹਿਦਾ, ਕਿਉਂਕਿ ਮੈਂ ਦਿਨ ਰਾਤ ਕਿਤੇ ਤੁਰਿਆ ਫਿਰਾਂ। ਮੇਰੀ ਫੈਮਿਲੀ ਨੂੰ ਟੈਨਸ਼ਨ ਨਹੀਂ, ਇੱਕ ਤਾਂ ਹੁੰਦਾ ਪਤਾ ਵੀ ਸ਼ਾਮ ਨੂੰ 6 ਵਜੇ ਤੋਂ ਬਾਅਦ ਇਹਦਾ ਨਹੀਂ ਪਤਾ ਵੀ ਬੋਤਲ ਪੀ ਰਹੇ ਹਨ। ਉਹ ਟੈਨਸ਼ਨ ਬੱਚਿਆਂ ਨੂੰ ਵੀ ਰਹਿੰਦੀ ਹੈ ਯਾਰ ਵੀ ਕਿਤੇ ਅੱਜ ਦਾ ਮਾਹੌਲ ਦੇਖੋ ਹਨਾ, ਜਗ੍ਹਾ ਤੇ ਐਕਸੀਡੈਂਟ ਹੋ ਰਹੇ ਜਾਂ ਕੁਝ ਹਨਾ, ਮਾਹੌਲ ਇਦਾਂ ਦਾ ਵੀ ਦਾਰੂ ਪੀ ਕੇ ਆਉਣਾ ਜਾਣਾ ਸੜਕਾਂ ਤੇ ਬਹੁਤ ਨੁਕਸਾਨਦਾਇਕ ਹੈ। ਮੈਂ ਬੇਨਤੀ ਵੀ ਕਰੂੰਗਾ ਭਰਾਵਾਂ ਨੂੰ, ਬਾਈ ਜੀ ਤੁਹਾਡੇ ਥਰੂ ਹੋਣਾ ਵੀ ਜੇ ਕੋਈ ਪੈਗ ਲਾਉਣਾ ਹੁੰਦਾ ਘਰ ਪਹੁੰਚ ਕੇ ਲਾ ਲਿਆ ਕਰੋ ਯਾਰ। ਰਾਹਾਂ ਦੇ ਵਿੱਚ ਬਾਈ ਜੀ ਇਹੋ ਜਿਹੇ ਕਈ ਵਾਰ ਹਾਦਸੇ ਦੇਖਦੇ ਆ, ਰੂਹ ਕੰਬ ਜਾਂਦੀ ਹੈ, ਕਿਉਂਕਿ ਜੇ ਬੰਦੇ ਨੂੰ ਕੁਝ ਹੋ ਗਿਆ ਉਹ ਤਾਂ ਚਲੋ ਜਾਣ ਵਾਲਾ ਚਲਾ ਜਾਂਦਾ, ਪਿੱਛੋਂ ਫੈਮਿਲੀ ਦਾ ਬਹੁਤ ਮਾੜਾ ਹਾਲ ਹੁੰਦਾ ਵੀ ਦਾਰੂ ਦੂ ਪੈਗ ਲਾਓ, ਸਾਰੀ ਦੁਨੀਆ ਲਾਉਂਦੀ, ਇੰਜੋਏ ਕਰੋ, ਘਰ ਬੈਠ ਕੇ ਕਰੋ। ਮੈਂ ਇਹੀ ਤੁਹਾਨੂੰ ਕਿਹੜੇ ਸਿੰਗਰਾਂ ਦਾ ਜ਼ਿਆਦਾ ਸਹਿਯੋਗ ਰਿਹਾ ਜੀ ਤੁਹਾਡੀ ਲਾਈਨ ਦੇ ਵਿੱਚ? ਸਿੰਗਰ ਤਾਂ ਜੀ ਬਹੁਤ ਪੁਰਾਣੇ ਬੜੇ ਮਿੱਤਰ ਨੇ, ਸਾਰੇ ਸਤਿਕਾਰਯੋਗ ਨੇ। ਬਾਈ ਜੀ ਆਪਣੇ ਬਾਈ ਰਾਜੇ ਸਿੱਧੂ ਹੋ ਗਿਆ, ਉਹ ਸਾਰੇ ਮਿੱਤਰ ਨੇ ਸਾਡੇ। ਬਾਈ ਮਿੰਟੂ ਧੂਰੀ ਜੀ ਸਤਿਕਾਰਯੋਗ ਨੇ ਮੇਰੇ।
ਔਰ ਜਿਹੜੇ ਮੈਨੂੰ ਵੈਸੇ ਇੱਕ ਨਿੱਜੀ ਫੈਮਿਲੀ ਤੌਰ ਤੇ ਬਾਈ ਹਰਿੰਦਰ ਸੰਧੂ ਜੀ, ਹਾਂਜੀ। ਅਸਲ ਦੇ ਵਿੱਚ ਕਹਿ ਲਈ ਵੀ ਮੈਨੂੰ ਹੁਣ ਆਹ ਜਿਹੜਾ ਦੁਬਾਰੇ ਰੀਸਟਾਰਟ ਕਰਨ ਖਾਤਰ ਇਹ ਉਹਨਾਂ ਨੇ ਜਿਵੇਂ ਕਹਿ ਲਓ ਵੀ ਮਤਲਬ ਕਿ ਸੁੱਤੇ ਪਏ ਨੂੰ ਵੀ ਜਗਾਉਂਦੇ ਹੁੰਦੇ ਜਿਵੇਂ ਆਪਾਂ ਹਨਾ ਹਾਂਜੀ, ਵੀ ਚੱਲ ਹਾਂਜੀ। ਚੱਲ, ਹਾਂਜੀ। ਕਿਉਂਕਿ ਜਦੋਂ ਆਉਂਦੇ ਆ ਨਾ ਮੈਨੂੰ ਕਹਿੰਦੇ ਯਾਰ ਗੁਰਵੀਰ ਕੁਝ ਸੁਣਾ, ਫਿਰ ਉਹਨਾਂ ਨੇ ਸੁਣਨਾ। ਹੁਣ ਇੱਕ ਗੀਤ ਅਸੀਂ ਰਿਕਾਰਡ ਕਰ ਰਹੇ ਹਾਂ ਜਿਹੜਾ ਸੈਡ ਸੌਂਗ ਹੈ ਮੇਰਾ, ਹਾਂਜੀ। ਸਾਨੂੰ ਅੱਜ ਵੀ ਉਹ ਚਾਹੁੰਦੇ, ਸਾਨੂੰ ਵਹਿਮ ਨਹੀਂ ਜਾਂਦਾ, ਉਹ ਹਮੇਸ਼ਾ ਸੁਣਦੇ ਆ ਔਰ ਉਹਨਾਂ ਹਮੇਸ਼ਾ ਕਹਿਣਾ ਯਾਰ ਗੁਰਵੀਰ ਤੂੰ ਗਾ, ਯਾਰ ਗੁਰਵੀਰ ਤੂੰ ਜਲਦੀ ਕਰ ਯਾਰ ਤੂੰ ਟਰੈਕ। ਮਤਲਬ ਉਹਨਾਂ ਨੂੰ ਮੈਂ ਧੰਨਵਾਦ ਕਰਦਾ ਬਾਈ, ਥੈਂਕਸ ਹੈ ਬਾਈ ਹਰਿੰਦਰ ਸੰਧੂ ਜੀ, ਹਮੇਸ਼ਾ ਮੇਰੇ ਨਾਲ ਖੜਦੇ ਆ, ਉਹ ਇੱਕ ਮਤਲਬ ਫੈਮਿਲੀ ਮੈਂਬਰ ਤਰ੍ਹਾਂ ਉਹ ਮੈਨੂੰ ਟ੍ਰੀਟ ਕਰਦੇ ਆ। ਔਰ ਬਾਕੀ ਸਹਿਯੋਗ ਬਹੁਤ ਸਾਰੇ ਮਿੱਤਰਾਂ ਦਾ ਜੀ, ਦੇਖੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨੇ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਨੇ ਤੇ ਸਾਰੇ ਪਿਆਰ ਕਰਦੇ ਜੀ, ਸਾਰੇ ਮਤਲਬ ਨਾਲ ਖੜਦੇ ਆ ਜਦੋਂ ਅਸੀਂ ਕਿਤੇ ਕੋਈ ਪ੍ਰੋਗਰਾਮ ਘਰ-ਬਾਰ ਦੇ ਸਾਡੇ ਘਰੇਲੂ ਪ੍ਰੋਗਰਾਮ ਤੇ ਵੀ ਅਸੀਂ ਸਾਰੇ ਇਕੱਠੇ ਹੁੰਦੇ ਨੇ। ਜਿਹੜਾ ਤੁਹਾਡਾ ਇੱਕ ਧਾਰਮਿਕ ਗੀਤ ਹੁਣ ਆਇਆ ਜੀ ਬਾਬਾ ਬੁੱਢਾ ਸਾਹਿਬ ਦੇ, ਹਾਂਜੀ। ਉਸ ਬਾਰੇ ਕੀ ਕਹਿਣਾ ਚਾਹੁੰਦੇ? ਉਹ ਜੀ ਸੇਖੋਂ ਫਿਲਮਸ ਵੱਲੋਂ ਰਿਲੀਜ਼ ਕੀਤਾ ਗਿਆ ਜੀ ਔਰ ਮਾਲਵਿੰਦਰ ਚੰਨੋ ਉਹਦੇ ਡੀਓਪੀ ਸੀ ਔਰ ਲਿਖਿਆ ਹੋਇਆ ਕੁਲਵੀਰ ਕੋਟ ਭਾਈ, ਬਹੁਤ ਅੱਛੇ ਡਾਇਰੈਕਟਰ ਨੇ ਮਿੱਤਰ ਮੇਰੇ। ਔਰ ਇਹਦਾ ਬਸ ਦੇਖ ਰਹੇ ਹੋ ਜੀ ਤੁਸੀਂ, ਵੀਡੀਓ ਚੱਲ ਰਿਹਾ, ਬੜਾ ਪਿਆਰ ਮਿਲ ਰਿਹਾ ਸੰਗਤਾਂ ਦਾ। ਬੇਨਤੀ ਕਰੂੰਗਾ ਸੰਗਤਾਂ ਨੂੰ ਕਿ ਵੱਧ ਤੋਂ ਵੱਧ ਜਿਹੜੇ ਮੇਲੇ ਨੂੰ ਜਾਂਦੀ ਹੈ ਸੰਗਤ, ਉਹਨਾਂ ਨੂੰ ਉਹਨਾਂ ਦੇ ਟਰੈਕਟਰਾਂ ਦੇ ਗੀਤ ਵੱਜਣਾ ਚਾਹੀਦਾ। ਮਤਲਬ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਸਮਝ ਕੇ, ਕਿਉਂਕਿ ਸਾਡੀ ਸੇਵਾ ਵੀ ਫੇਰ ਹੀ ਪ੍ਰਵਾਨ ਹੈ, ਕਿਉਂਕਿ ਜੋ ਸ਼ਬਦ ਚੱਲਦਾ ਜਾਊਗਾ ਹਨਾ ਸੰਗਤ ਦੇ ਦਿਮਾਗ 'ਚ ਉਹ ਚੀਜ਼ਾਂ ਆਉਂਦੀਆਂ, ਤਾਂ ਉਸ ਚੀਜ਼ ਨੂੰ ਅਸੀਂ ਕਪੂਰੇ ਦਾ ਉੱਥੇ ਜਾ ਕੇ ਸ਼ੂਟ ਕੀਤਾ ਬਾਬਾ ਬੁੱਢਾ ਸਾਹਿਬ ਜੀ ਦੇ ਦਰਬਾਰ ਤੇ, ਉਸ ਮਰਿਆਦਾ ਦੇ ਵਿੱਚ ਰਹਿ ਕੇ ਸ਼ੂਟ ਕਰਕੇ ਲੈ ਕੇ ਆਏ ਆ। ਵੀ ਸਾਨੂੰ ਮੈਂ ਕੀ ਕਰਨ ਜੋਗਾ, ਵੈਸੇ ਧੰਨ ਗੁਰੂ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਹੀ ਸੇਵਾ ਲਈ ਹੈ ਮੇਰੇ ਨਾ ਚੀਜ਼ ਤੋਂ ਜੀ, ਮੈਂ ਕੀ ਕਰ ਸਕਦਾ। ਅਸੀਂ ਤਾਂ ਜ਼ੁਬਾਨ ਛੋਟੀ ਹੈ, ਉਸ ਤੋਂ ਵੀ ਨਹੀਂ ਕਰ ਸਕਦੇ ਆਪਾਂ, ਤਾਂ ਬੜੇ ਨਾ ਚੀਜ਼ ਹੈ, ਮਤਲਬ ਗਲਤੀਆਂ ਦੇ ਪੁਤਲੇ ਆ, ਪਰ ਬਖਸ਼ਣਹਾਰ ਹੈ ਵਾਹਿਗੁਰੂ, ਉਹ ਆਪਣੇ ਆਪ ਹੀ ਕਰਾਈ ਜਾ ਰਹੀ ਹੈ ਜੀ ਜੋ ਹੋ ਰਿਹਾ, ਔਰ ਬੜਾ ਮਤਲਬ ਪਿਆਰ ਮਿਲ ਰਿਹਾ। ਔਰ ਤੁਸੀਂ ਵੀ ਸਪੋਰਟ ਕਰਨੀ ਹੈ ਔਰ ਮੈਂ ਸਰੋਤਿਆਂ ਨੂੰ ਵੀ ਇਹ ਗੱਲ ਕਹੂੰਗਾ ਕਿ ਬਾਈ ਜੀ ਵੱਧ ਤੋਂ ਵੱਧ ਉਸ ਗੀਤ ਨੂੰ ਸ਼ੇਅਰ ਕਰਿਓ ਔਰ ਮੇਰੇ ਪੇਜ ਨੂੰ, ਫੇਸਬੁੱਕ ਪੇਜ ਨੂੰ ਵੀ ਲਾਈਕ ਕਰਿਓ ਜੀ। ਅੱਗੇ ਤੁਹਾਨੂੰ ਮੈਂ ਜਦੋਂ ਕੁਝ ਚੰਗਾ ਦਿੰਦਾ ਤੁਹਾਡੇ ਨਾਲ ਮੈਸੇਜ ਪਹੁੰਚਦਾ ਰਹੇ, ਵੀ YouTube ਚੈਨਲ ਨੂੰ ਵੀ ਪ੍ਰਮੋਟ ਕਰਨਾ ਜੀ। ਸੋ ਬੇਨਤੀ ਹੈ, ਗੁਰਵੀਰ ਸਿੱਧੂ, ਇੱਕ ਸਪੈਲਿੰਗਾਂ ਦੀ ਬੜੀ ਮਿਸਟੇਕ ਹੋ ਜਾਂਦੀ ਜੀ, ਹਾਂਜੀ, GURVI ਨਾਲ ਨਹੀਂ ਪੈਂਦਾ ਜੀ, GURVEER, ਗੁਰਵੀਰ ਸਿੱਧੂ। ਸੋ ਇਹ ਸਰਚ ਕਰਨਾ ਤੁਸੀਂ ਜਦੋਂ ਵੀ ਕਰਨਾ ਸੀ। ਸੋ ਬੜੀ ਖੁਸ਼ੀ ਹੋਈ ਹੈ ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਸਰੋਤਿਆਂ ਦੇ ਰੂਬਰੂ ਹੋ ਕੇ ਬਹੁਤ ਪਿਆਰ ਦਿੱਤਾ ਜੀ, ਤੁਸੀਂ ਟਾਈਮ ਕੱਢਿਆ, ਥੈਂਕ ਯੂ ਜੀ ਸਾਰਿਆਂ ਨੂੰ। ਬਾਕੀ ਬਾਈ ਸਾਨੂੰ ਵੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਤੁਸੀਂ ਕੀ ਕਹਿਣਾ ਚਾਹੋਗੇ? ਬਸ ਜੀ ਮੈਂ ਤਾਂ ਜੀ ਬਹੁਤ ਕੁਝ ਕਹਿ ਲਿਆ, ਬਹੁਤ ਥੈਂਕ ਯੂ ਜੀ ਤੁਹਾਡਾ, ਤੁਹਾਡੇ ਚੈਨਲ ਦਾ, ਤੁਸੀਂ ਮਿਲੇ ਆ, ਸਰੋਤਿਆਂ ਦੇ ਰੂਬਰੂ ਕਰਾਇਆ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਵੇ ਜੀ। ਸਾਡੇ ਵੱਲੋਂ ਕੋਈ ਸ਼ਬਦ ਕੋਈ ਵੱਧ ਘੱਟ ਕਿਹਾ ਗਿਆ ਤਾਂ ਤੁਹਾਡਾ ਛੋਟਾ ਭਰਾ ਕਹਿ ਲਓ, ਵੱਡਾ ਭਰਾ ਕਹਿ ਲਓ, ਹਨਾ ਬਜ਼ੁਰਗਾਂ ਦਾ ਬੱਚਾ, ਸੋ ਉਹਦੇ ਲਈ ਮਾਫੀ ਚਾਹੁੰਦੇ ਜੀ। ਠੀਕ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। I'm an icon, man. And my girl about a 10. I should fuck her in the Benz.